दिनां विच लोकी उलझे ने, मिल के लभणे पैणे ने ना दे हल, खुशियां दे दुखां दे, ताने बाने तो बनदे ने। मसले जीवन दे, मसले जीवन दे, मसले जीवन दे, मसले जीवन दे, मैटर्स ऑफ लाइफ। प्रेज़ द लॉर्ड एंड शालोम टू एवरीवन। प्रार्थना भवन टीवी देख रहे ਸਾਰੇ ਦਰਸ਼ਕਾਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਦਰਸ਼ਕੋ, ਮੈਂ ਹਾਂ ਤੁਹਾਡਾ ਦੋਸਤ ਡੈਨਿਸ ਕੋਖਰ ਤੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਤੁਹਾਡੇ ਮਨਪਸੰਦ ਪ੍ਰੋਗਰਾਮ ਜਿਸ ਦਾ ਨਾਮ ਹੈ ਮਸਲੇ ਜੀਵਨ ਦੇ। ਜੀ ਹਾਂ ਪਿਆਰੇ ਦਰਸ਼ਕੋ, ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੁਸੀਂ ਆਪਣੀ ਗੁੱਡ ਵਿਸ਼ੇਸ ਔਰ ਆਪਣਾ ਪਿਆਰ ਤੁਸੀਂ ਇਸ ਪ੍ਰੋਗਰਾਮ ਨੂੰ ਦਿੰਦੇ ਆ ਰਹੇ ਹੋ, ਜਿਹਦਾ ਕਰਕੇ ਸਾਨੂੰ ਵੀ ਇਨਸਪੀਰੇਸ਼ਨ ਮਿਲਿਆ ਹੈ, ਸਾਨੂੰ ਵੀ ਬਹੁਤ ਜ਼ਿਆਦਾ ਅੰਦਰੂਨੀ ਤੌਰ ਤੇ ਖੁਸ਼ੀ ਮਿਲੀ ਹੈ ਕਿ ਅਸੀਂ ਸਾਡੇ ਸਮਾਜ ਦੇ ਵਿੱਚ ਫੈਲੇ ਹਰ ਇੱਕ ਮਸਲੇ ਨੂੰ ਇਸ ਮੰਚ ਤੇ ਲੈ ਕੇ ਆਈਏ ਤੇ ਡਿਸਕਸ਼ਨ ਦੁਆਰਾ ਆਪਾਂ ਉਹਨਾਂ ਮਸਲਿਆਂ ਦੇ ਹੱਲ ਨੂੰ ਲੱਭੀਏ। ਤੇ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਾਡੀ ਸਿਹਤ ਦਾ ਮਸਲਾ ਅਜਿਹਾ ਮਸਲਾ ਹੈ ਜਿਹਦੇ ਵਿੱਚ ਹਮੇਸ਼ਾ ਅਸੀਂ ਫਸੇ ਰਹਿੰਦੇ ਹਾਂ, ਬਿਮਾਰੀਆਂ ਦੇ ਵਿੱਚ ਉਲਝੇ ਰਹਿੰਦੇ ਹਾਂ, ਬਿਮਾਰੀਆਂ ਹਮੇਸ਼ਾ ਸਾਨੂੰ ਘੇਰੇ ਰੱਖਦੀਆਂ ਤੇ ਉਹਦਾ ਕਾਰਨ ਇਹ ਹੀ ਹੈ ਕਿ ਸਾਡਾ ਲਾਈਫ ਸਟਾਈਲ ਜੋ ਹੈ ਉਹ ਸਹੀ ਨਹੀਂ ਹੈ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਰੇਨੂ ਵਰਮਾ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਰਾਹੀਂ ਲੱਭਾਂਗੇ ਇਸ ਮਸਲੇ ਦਾ ਹੱਲ। ਸੋ ਪਿਆਰੇ ਦਰਸ਼ਕੋ, ਮੇਰੇ ਨਾਲ ਨੇ ਡਾਕਟਰ ਰੇਨੂ ਵਰਮਾ ਜੀ ਜੋ ਕਿ ਡਾਈਟੀਸ਼ੀਅਨ ਤੇ ਲਾਈਫ ਸਟਾਈਲ ਕੋਚ ਨੇ ਤੇ ਆਪਣਾ ਕਲੀਨਿਕ ਚਲਾ ਰਹੇ ਨੇ। ਸੋ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ। ਔਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਮੈਨੂੰ ਇਨਵਾਈਟ ਕੀਤਾ ਔਰ ਆਪਣੇ ਜੋ ਮੇਰੇ ਵਿਚਾਰ ਹੈ ਐਜ਼ ਅ ਡਾਈਟੀਸ਼ੀਅਨ ਲੋਕਾਂ ਦੀ ਹੈਲਥ ਦੇ ਪ੍ਰਤੀ ਜੀ ਉਹਨਾਂ ਬਾਰੇ ਉਹਨਾਂ ਨੂੰ ਜਾਗਰੂਕ ਕਰਾਉਣ ਬਾਰੇ। ਸੋ ਥੈਂਕ ਯੂ ਸੋ ਮਚ। ਤੋ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਅਜੋਕੇ ਸਮੇਂ ਦੇ ਵਿੱਚ ਸਾਡਾ ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਸਿਹਤ ਦਾ। ਹਾਂਜੀ। ਤੇ ਸਿਹਤ ਦਾ ਮਸਲਾ ਇਸ ਕਰਕੇ ਹੈ ਕਿਉਂਕਿ ਅਸੀਂ ਸਿਹਤ ਨੂੰ ਸਮਾਂ ਨਹੀਂ ਦਿੰਦੇ, ਟਾਈਮ ਨਹੀਂ ਦਿੰਦੇ ਤੇ ਹਮੇਸ਼ਾ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਹਸਪੀਟਲਾਂ ਵਿੱਚ ਵੱਡੀ ਅਮਾਉਂਟ ਖਰਚਦੇ ਆਪਣੇ ਬਿਮਾਰੀਆਂ ਨੂੰ ਠੀਕ ਕਰਨ ਲਈ। ਬਿਲਕੁਲ। ਕੀ ਉਪਰਾਲੇ ਕੀਤੇ ਜਾਣਗੇ ਸਾਨੂੰ ਬਿਮਾਰੀਆਂ ਲੱਗਣ ਹੀ ਨਾ? ਹਾਂਜੀ, ਠੀਕ ਹੈ। ਤੋ ਸਭ ਤੋਂ ਪਹਿਲਾਂ ਤਾਂ ਜਿੱਦਾਂ ਕਿ ਅਸੀਂ ਗੱਲ ਕਰ ਰਹੇ ਸੀਗੇ ਕਿ ਜੀਵਨ ਸ਼ੈਲੀ ਦੇ ਬਾਰੇ ਦੇ ਵਿੱਚ ਬੇਸਿਕਲੀ ਲਾਈਫ ਸਟਾਈਲ ਦਾ ਥੋੜ੍ਹਾ ਜਿੰਨਾ ਮੈਂ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਾਉਣਾ ਚਾਹਾਂਗੀ ਕਿ ਲਾਈਫ ਸਟਾਈਲ ਕਹਿੰਦੇ ਕਿਹਨੂੰ ਹੈ। ਲਾਈਫ ਸਟਾਈਲ ਮਤਲਬ ਉਹ ਚੀਜ਼ ਜਿਹੜੀ ਅਸੀਂ ਦਿਨਚਰਿਆ ਦੇ ਵਿੱਚ ਕਰ ਰਹੇ ਹਾਂ ਜਿਹੜੀ ਕਿ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਬਟ ਫਿਜ਼ੀਕਲੀ ਅੱਛੀ ਹੈਲਥ ਹੋਣਾ ਹੀ ਖਾਲੀ ਇੱਕ ਲਾਈਫ ਸਟਾਈਲ ਨਹੀਂ ਹੈ। ਸਾਡਾ ਫਿਜ਼ੀਕਲ, ਮੈਂਟਲ, ਸੋਸ਼ਲ ਵੈਲਬੀਇੰਗ ਜਦੋਂ ਸਾਡੀ ਤਿੰਨੋਂ ਹੀ ਚੀਜ਼ਾਂ ਬਿਲਕੁਲ ਸਹੀ ਰਸਤੇ 'ਤੇ ਚੱਲਣਗੀਆਂ ਉਦੋਂ ਅਸੀਂ ਮੰਨਾਂਗੇ ਕਿ ਸਾਡਾ ਸਹੀ ਲਾਈਫ ਸਟਾਈਲ ਹੈ। ਜੀ ਜੀ। ਹੁਣ ਅੱਜ ਦੇ ਟਾਈਮ ਦੇ ਵਿੱਚ ਅਗਰ ਜਿੰਨੀਆਂ ਵੀ ਨਾਨ ਕਮਿਊਨੀਕੇਬਲ ਡਿਜ਼ੀਜ਼ਿਸ ਹੈਗੀਆਂ ਜਿੱਦਾਂ ਕਿ ਕਾਰਡੀਓਵੈਸਕੂਲਰ ਡਿਜ਼ੀਜ਼ਿਸ ਹੈ, ਮੋਟਾਪਾ ਹੈ, ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਉਸ ਤੋਂ ਇਲਾਵਾ ਸਾਡੀ PCOD ਹੈ, ਗਰਲਸ ਦੀ ਹਾਰਮੋਨਲ ਡਿਸਆਰਡਰ ਜਿਹੜਾ ਹੋ ਜਾਂਦਾ ਹੈ ਜਿਹਦੇ ਵਿੱਚ ਇਨਫਰਟੀਲਿਟੀਜ਼ ਦੇ ਬਹੁਤ ਸਾਰੇ ਇਸ਼ੂਜ਼ ਆ ਰਹੇ ਹੈ, ਬਹੁਤ ਕਾਮਨ ਹੋ ਗਈ ਹੈ। ਇਸ ਤੋਂ ਇਲਾਵਾ ਸਾਡੀ ਥਾਇਰਾਇਡ ਦੀ ਪ੍ਰੋਬਲਮ ਬਹੁਤ ਜ਼ਿਆਦਾ ਕਾਮਨ ਹੋ ਗਈ ਹੈ। तो ਇਹ ਸਾਰੀਆਂ ਡਿਜ਼ੀਜ਼ਸ ਈਵਨ ਲੰਗ ਕੈਂਸਰ ਜਾਂ ਹੋਰ ਕਿੰਨੇ ਟਾਈਪਸ ਦੇ ਕੈਂਸਰ ਹੈ ਉਹ ਵੀ ਸਾਡੀ ਲਾਈਫ ਸਟਾਈਲ ਡਿਜ਼ੀਜ਼ਸ ਦੇ ਵਿੱਚ ਕਾਊਂਟ ਹੋ ਜਾਂਦੇ ਆ। ਸੋ ਲਾਈਫ ਸਟਾਈਲ ਮਤਲਬ ਸਾਡੀ ਦਿਨਚਰਿਆ ਦੀ ਜਿਹੜੀ ਹੈਗੀ ਹੈ ਸਾਨੂੰ ਸੁਧਾਰ ਕਰਨ ਦੀ ਇੰਨੀ ਕਿ ਜ਼ਿਆਦਾ ਜ਼ਰੂਰਤ ਹੈ। ਤੁਸੀਂ ਗੱਲ ਕੀਤੀ ਬਹੁਤ ਅੱਛੀ ਕਿ ਸਾਨੂੰ ਹਸਪੀਟਲਾਂ 'ਚ ਬਹੁਤ ਵੱਡੇ ਵੱਡੇ ਬਿੱਲ ਬਣ ਰਹੇ ਆ ਔਰ ਹਸਪੀਟਲਸ ਦੇ ਵਿੱਚ ਜਾ ਕੇ ਅਸੀਂ ਨੋ ਡਾਊਟ ਕਿ ਅਸੀਂ ਐਂਟੀਬਾਇਓਟਿਕਸ ਦਾ ਕੋਰਸ ਕਰ ਰਹੇ ਹਾਂ ਜਾਂ ਆਪਣੀ ਸਰਜਰੀਜ਼ ਕਰਾ ਰਹੇ ਹਾਂ ਜਾਂ ਟ੍ਰੀਟਮੈਂਟ ਕਰਾ ਰਹੇ ਹਾਂ ਕਿਉਂਕਿ ਸਾਨੂੰ ਉਹ ਸ਼ਾਰਟ ਟਰਮ ਅਪਰੋਚ ਲੱਗਦੀ ਹੈ। ਕੋਈ ਚੀਜ਼ ਨੂੰ ਅਪਰੋਚ ਕਰਨਾ ਮਤਲਬ ਇੱਕ ਦਰਦ ਹੋ ਰਹੀ ਹੈ, ਪੇਨ ਕਿਲਰ ਖਾ ਰਿਹਾ ਤਾਂ ਮਤਲਬ ਠੀਕ ਹੈ, ਜਾਂ ਸਾਡੀ ਡਾਇਬਟੀਜ਼ ਹੋ ਗਈ ਹੈ ਸਾਨੂੰ ਤਾਂ ਅਸੀਂ ਸਵੇਰੇ ਸ਼ਾਮ ਗੋਲੀਆਂ ਖਾ ਲਿੱਤੀਆਂ ਜਾਂ ਫਿਰ ਇਨਸੂਲਿਨ 'ਤੇ ਆ ਗਏ ਤਾਂ ਇਹਦਾ ਮਤਲਬ ਉਹ ਠੀਕ ਹੈ, ਜਾਂ ਬਲੱਡ ਪ੍ਰੈਸ਼ਰ ਹੈ ਉਹਨੂੰ ਠੀਕ ਕਰਨ ਦੇ ਲਈ ਕਰ ਲਿੱਤਾ, ਜਾਂ ਸਾਡੀ ਪੇਟ ਦੀਆਂ ਬਿਮਾਰੀਆਂ ਇਰੀਟੇਬਲ ਬਾਵਲ ਸਿੰਡਰੋਮ ਬਹੁਤ ਜ਼ਿਆਦਾ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਤੇ ਅਸੀਂ ਉਹਨਾਂ ਦੀਆਂ ਵੀ ਜਾ ਕੇ ਸਕੈਨਿੰਗਸ ਕਰਾ ਰਹੇ ਹਾਂ ਜਾਂ ਉਹ ਕਰਾ ਰਹੇ ਹਾਂ। ਬਟ ਜਿਹੜਾ ਰੂਟ ਕਾਜ਼ ਹੈਗਾ, ਰੂਟ ਕਾਜ਼ ਸਾਡੀ ਫਿਰ ਉੱਤੇ ਗੱਲ ਆ ਜਾਂਦੀ ਕਿ ਲਾਈਫ ਸਟਾਈਲ ਦੇ ਉੱਤੇ ਡਿਪੈਂਡੈਂਟ ਹੈਗਾ ਤੇ ਜੇ ਰੂਟ ਕਾਜ਼ ਤੋਂ ਸਾਰੀਆਂ ਚੀਜ਼ਾਂ ਨੂੰ ਠੀਕ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਹੀ ਜਲਦੀ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰ ਸਕਦੇ ਹਾਂ। ਤਾਂ ਮੇਰਾ ਇਹ ਚੀਜ਼ ਮਾਨਣਾ ਹੈ ਕਿ ਸਾਨੂੰ ਬਿਮਾਰੀ ਨੂੰ ਜੜ ਤੋਂ ਠੀਕ ਕਰਨਾ ਹੈ, ਨਾ ਕਿ ਉਹਨੂੰ ਦਵਾਈਆਂ ਦੇ ਨਾਲ ਸਪਰੈਸ ਕਰਨਾ ਹੈ। ਜੀ 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 ਹਾਂਜੀ। ਤੇ ਇੱਕ ਜਿੱਦਾਂ ਕਿ ਅਸੀਂ ਮੈਂ ਜਾਣਦੇ ਹੀ ਹਾਂ ਕਿ ਲਾਈਫ ਸਟਾਈਲ ਡਿਸਆਰਡਰ ਜਿਹਨੂੰ ਆਪਾਂ ਕਹਿੰਦੇ ਕਿ ਅਸੀਂ ਸਾਡੇ ਜੀਵਨ ਦੀ ਜੋ ਅਸੀਂ ਜਿਸ ਤਰ੍ਹਾਂ ਆਪਾਂ ਮਾਰਨਿੰਗ ਸਵੇਰੇ ਉੱਠਦੇ ਹਾਂ ਔਰ ਉੱਠਣ ਤੋਂ ਬਾਅਦ ਅਸੀਂ ਸਿੱਧੇ ਹੀ ਚਲੇ ਜਾਂਦੇ ਹਾਂ ਆਪਣੇ ਜੌਬ ਜਾਂ ਆਪਣੇ ਬਿਜ਼ਨਸ ਵੱਲ ਨੂੰ
ਤੇ ਬਿਜ਼ਨਸ ਦੇ ਵਿੱਚ ਸਾਰਾ ਦਿਨ ਮਤਲਬ ਅਸੀਂ ਬਿਜ਼ੀ ਰਹਿੰਦੇ ਆ। ਜੌਬ ਦੇ ਉੱਤੇ ਸਿਟਿੰਗ ਜੌਬ ਅੱਜ ਕੱਲ ਕੋਈ ਫਿਜ਼ੀਕਲ ਕੰਮ ਨਹੀਂ ਹੈ। ਬਿਲਕੁਲ ਠੀਕ। ਫਿਰ ਬਿਜ਼ਨਸ ਦੇ ਵਿੱਚ ਵੀ ਸ਼ੌਪ ਦੇ ਉੱਤੇ ਆਪਾਂ ਸਾਰਾ ਦਿਨ ਬੈਠੇ ਰਹਿੰਦੇ ਆ, ਯਾਨੀ ਕਿ ਅਸੀਂ ਬੈਠੇ ਬੈਠੇ ਹੀ ਸਾਰਾ ਕੰਮ ਕਰਦੇ ਆ। ਤਕਰੀਬਨ ਸਾਡਾ ਕੋਈ ਫਿਜ਼ੀਕਲ ਵਰਕ ਜੋ ਹੈ ਨਹੀਂ ਹੈ। ਤੇ ਇਹਦੇ ਨਾਲ ਦੀ ਨਾਲ ਅਸੀਂ ਖਾਣ ਪੀਣ ਤੇ ਵੀ ਧਿਆਨ ਨਹੀਂ ਰੱਖਦੇ, ਜਿੱਦਾਂ ਵੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ। ਹਾਂਜੀ, ਕਿ ਸਾਡਾ ਲਾਈਫ ਸਟਾਈਲ ਦੇ ਵਿੱਚ ਖਾਣਾ ਪੀਣਾ ਵੀ ਵੱਡੀ ਜੋ ਇੱਕ ਖਾਸ ਜਗ੍ਹਾ ਰੱਖਦਾ ਹੈ। ਤੇ ਨਾ ਅਸੀਂ ਖਾਣ ਪੀਣ ਦਾ ਧਿਆਨ ਰੱਖ ਰਹੇ, ਨਾ ਅਸੀਂ ਫਿਜ਼ੀਕਲ ਜੋ ਕੰਡੀਸ਼ਨ ਸਾਡੀ ਵਿਗੜ ਰਹੀ ਉਹਦਾ ਧਿਆਨ ਰੱਖ ਰਹੇ ਹਾਂ। ਤੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਲਾਈਫ ਸਟਾਈਲ ਡਿਸਆਰਡਰ। ਬਿਲਕੁਲ ਠੀਕ ਹੈ। ਠੀਕ ਹੈ, ਤੇ ਇਸ ਨੂੰ ਕਿਸ ਤਰ੍ਹਾਂ ਸੁਧਾਰ ਲਿਆਂਦਾ ਜਾਵੇ, ਕਿੰਨਾ ਮਤਲਬ ਕੀ ਕਰਨਾ ਚਾਹੀਦਾ ਸਾਨੂੰ ਇਹਦੇ ਲਈ, ਇਹਦੇ ਬਾਰੇ ਕੁਝ ਜਾਣਕਾਰੀ ਜੋ ਸਾਡੇ ਦਰਸ਼ਕਾਂ ਨੂੰ। ਦੇਖੋ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅਗਰ ਡਿਜ਼ੀਜ਼ਸ ਤੋਂ ਮੁਕਤ ਰਹਿਣਾ ਹੈ ਤਾਂ ਲਾਈਫ ਸਟਾਈਲ ਦਾ ਸੁਧਾਰ ਕਰਨਾ ਹੈ। ਹੁਣ ਲਾਈਫ ਸਟਾਈਲ ਦੀ ਸੁਧਾਰ ਜਿਹੜੀ ਹੈ ਉਹ ਸਾਡੀ ਸਵੇਰ ਦੀ ਮਾਰਨਿੰਗ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਕਿਹੜੀ ਦਿਨਚਰਿਆ ਸ਼ੁਰੂ ਕਰਨੀ ਹੈ ਉਸ ਤੋਂ ਇੰਪੋਰਟੈਂਟ ਆਉਂਦੀ। ਤੁਸੀਂ ਸਵੇਰ ਤੋਂ ਸ਼ੁਰੂਆਤ ਕੀਤੀ ਹੈ, ਮੈਂ ਇਹਨੂੰ ਥੋੜਾ ਜਿਹਾ ਰਿਵਰਸ ਕਰਕੇ ਰਾਤ ਤੋਂ ਸ਼ੁਰੂ ਕਰਾਂ। ਜੀ ਜੀ। ਬਿਕੋਜ਼ ਅਗਰ ਰਾਤ ਦੀ ਨੀਂਦ ਤੁਹਾਡੀ ਪੂਰੀ ਨਹੀਂ ਹੋਈ ਹੈ ਤਾਂ ਤੁਹਾਡੀ ਸਵੇਰੇ ਕਦੀ ਵੀ ਇੱਕ ਹੈਲਦੀ ਮਾਰਨਿੰਗ ਸ਼ੁਰੂਆਤ ਨਹੀਂ ਹੋ ਸਕਦੀ। ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬੱਚੇ ਹੈਗੇ ਹੈ, ਬੱਚੇ ਕੀ ਮੈਂ ਮਿਡਲ ਏਜ ਦੇ ਲੋਕ ਵੀ ਸਾਰੇ ਰਾਤ ਨੂੰ ਬੈਠ ਕੇ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਜਿੰਨੀ ਵੀ ਸਾਡਾ ਸੋਸ਼ਲ ਮੀਡੀਆ ਹੈ ਉਹਦੇ ਪੇਜਿਸ ਨੂੰ ਸਕਰੋਲ ਕਰਦੇ ਰਹਿੰਦੇ ਆ ਅਨਨੈਸੈਸਰੀ। ਮਤਲਬ ਸਾਨੂੰ ਜ਼ਰੂਰਤ ਵੀ ਨਹੀਂ ਹੈ, ਫਿਰ ਵੀ ਅਸੀਂ 2-2 ਵਜੇ ਤੱਕ 3-3 ਵਜੇ ਤੱਕ ਜਾਗਦੇ ਰਹਿੰਦੇ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਸੌਣ ਦੀ ਕੋਸ਼ਿਸ਼ ਕਰਦੇ ਹਾਂ ਔਰ ਉਸ ਟਾਈਮ ਫਿਰ ਉੱਠ ਕੇ ਸਾਨੂੰ ਭੁੱਖ ਵੀ ਲੱਗ ਜਾਂਦੀ ਹੈ। ਫਿਰ ਅਸੀਂ ਖਾਣਾ ਕੁਛ ਨਾ ਕੁਛ ਸਨੈਕਸ ਦੇ ਵਿੱਚ ਚਿਪਸ ਹੈ ਜਾਂ ਕੁਛ ਵੀ ਕੋਈ ਰੈਡੀਮੇਡ ਜੰਕ ਐਂਡ ਪ੍ਰੋਸੈਸਡ ਫੂਡ ਹੈ ਉਹ ਅਸੀਂ ਖਾਣਾ ਸ਼ੁਰੂ ਕਰਦੇ। ਉਹ ਸਾਡੀ ਨੀਂਦ ਦੇ ਉੱਤੇ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਹੈ, ਕਿਉਂਕਿ ਜਿਹੜੇ ਸਾਡੇ ਜਿੰਨੇ ਵੀ ਗਰੋਥ ਹਾਰਮੋਨਸ ਹੈ ਉਹ ਰਾਤੀ 10-11 ਵਜੇ ਤੋਂ ਬਾਅਦ ਬਾਡੀ ਦੇ ਵਿੱਚ ਰਿਲੀਜ਼ ਹੁੰਦੇ ਹੈ। 10 ਵਜੇ ਸਾਡਾ ਲਿਵਰ ਜੋ ਹੈ ਉਹ ਡੀਟੌਕਸੀਫਾਈ ਕਰਨ ਦੇ ਲਈ ਐਕਟਿਵ ਹੋ ਜਾਂਦਾ ਹੈ। ਜੇ ਅਸੀਂ 10-11 ਵਜੇ ਕੁਛ ਪੇਟ 'ਚ ਪਾਈ ਜਾ ਰਹੇ ਹਾਂ ਜਾਂ ਰਾਤ ਨੂੰ ਟਾਈਮ ਸਿਰ ਸੁੱਤੇ ਨਹੀਂ ਹੈ ਤਾਂ ਅਸੀਂ ਕਦੀ ਵੀ ਅੱਛੀ ਨੀਂਦ ਨਹੀਂ ਲਵਾਂਗੇ, ਸਾਡਾ ਬਾਡੀ ਦਾ ਸਿਸਟਮ ਕਦੀ ਸੈੱਟ ਨਹੀਂ ਹੋਏਗਾ ਔਰ ਅਸੀਂ ਸਵੇਰ ਦੀ ਦਿਨਚਰਿਆ ਕਦੀ ਸਹੀ ਤਰੀਕੇ ਨਹੀਂ ਕਰ ਸਕਦੇ। तो सब तो इंपॉर्टेंट चीज़ तो ये मैं सब यंग जनरेशन या मिडल एज ਦੇ ਜਿਹੜੇ ਵੀ ਲੋਕ ਰਾਤੀ ਦੇਰ ਤੱਕ ਜਾਗਦੇ ਆ ਬਿਨਾਂ ਕਿਸੇ ਰੀਜ਼ਨ ਤੋਂ, ਉਹਨਾਂ ਨੂੰ ਇਹ ਕਿ ਪਹਿਲਾਂ ਤਾਂ ਆਪਣਾ ਇੱਕ ਫਿਕਸ ਟਾਈਮ ਕਰਨਾ ਬਹੁਤ ਜ਼ਰੂਰੀ ਹੈ। ਖਾਣ ਦਾ ਟਾਈਮ ਫਿਕਸ ਹੋਣ ਦੇ ਨਾਲ ਨਾਲ ਸੌਣ ਦਾ ਤੇ ਉੱਠਣ ਦਾ ਟਾਈਮ ਇੱਕ ਫਿਕਸਡ ਹੋਣਾ ਚਾਹੀਦਾ। ਉਹਦੇ ਬੈਨੀਫਿਟ ਦੀ ਮੈਂ ਅਗਰ ਗੱਲ ਕਰੂੰ, ਤੁਹਾਡਾ पेट, क्योंकि पेट ਦੀਆਂ ਬਿਮਾਰੀਆਂ ਮੈਨੂੰ ਅਕਸਰ ਕਲੀਨਿਕ ਦੇ ਵਿੱਚ ਅੱਜ ਕੱਲ੍ਹ ਰੂਟੀਨ 'ਚ ਬਹੁਤ ਜ਼ਿਆਦਾ ਪੇਟ ਦੇ ਮਰੀਜ਼ ਆ ਰਹੇ ਆ, ਤਾਂ ਉਹਨਾਂ ਦਾ ਕਿਤੇ ਨਾ ਕਿਤੇ ਕਾਰਨ ਹੈਗਾ ਕਿ ਤੁਹਾਡਾ ਡਾਈਜੈਸ਼ਨ ਪੂਅਰ ਹੋਣ ਦਾ ਕਾਰਨ ਹੈ ਤੁਹਾਡੀ ਨੀਂਦ। ਜੇ ਤੁਹਾਡੀ ਨੀਂਦ ਰਾਤ ਦੇ ਟਾਈਮ ਪੂਰੀ ਨਹੀਂ ਹੈ, ਤੁਸੀਂ ਅਪਸੈਟ ਹੋ ਰਹੇ ਹੋ ਔਰ ਤੁਸੀਂ ਬੇ ਟਾਈਮ ਖਾਣਾ ਪੀਣਾ ਖਾਓਗੇ ਰਾਤ ਦੇ ਟਾਈਮ, ਤਾਂ ਉਹ ਤੁਸੀਂ ਨਹੀਂ ਠੀਕ ਹੋ ਸਕਦੇ। ਇਸ ਲਈ ਪਹਿਲਾਂ ਨੀਂਦ ਰਾਤ ਨੂੰ ਪੂਰੀ ਕਰੋ, ਟਾਈਮ ਸਿਰ ਸੋਵੋ। ਉਸ ਤੋਂ ਬਾਅਦ ਜਿਹੜੀ ਤੁਹਾਡੀ ਸਵੇਰ ਦੀ ਦਿਨਚਰਿਆ ਦੀ ਜਿੱਦਾਂ ਤੁਸੀਂ ਗੱਲ ਦੱਸੀ ਹੈਗੀ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਆਲ ਆਫ ਸਡਨ, ਕਿਉਂਕਿ ਰਾਤੀ ਜਦੋਂ ਤੁਸੀਂ ਪਲਾਨ ਕੀਤਾ 7 ਤੋਂ 8 ਘੰਟੇ ਦੀ ਨੀਂਦ ਸਭ ਦੇ ਲਈ ਜ਼ਰੂਰੀ ਹੈ, ਪਹਿਲਾਂ ਤਾਂ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ। ਦੂਸਰੀ ਚੀਜ਼ ਜਿਹੜੀ ਹੈਗੀ ਹੈ, ਸਾਨੂੰ ਸਵੇਰੇ ਇੱਕ ਫਿਕਸ ਟਾਈਮ 'ਤੇ ਉੱਠਣਾ। ਉੱਠਣ ਤੋਂ ਬਾਅਦ ਦੇਖੋ, ਅਸੀਂ ਕੁਦਰਤ ਨੇ ਸਾਨੂੰ ਸਭ ਇਨਸਾਨਾਂ ਨੂੰ ਅਲੱਗ-ਅਲੱਗ ਪ੍ਰਵਿਰਤੀ ਦੇ ਬਣਾਇਆ। ਜ਼ਰੂਰੀ ਨਹੀਂ ਹੈ ਤੁਹਾਡੀ ਫਿਜ਼ੀਕਲ, ਮੈਂਟਲ, ਇਮੋਸ਼ਨਲ ਹੈਲਥ ਡਿਫਰੈਂਟ ਹੋ ਸਕਦੀ ਹੈ, ਮੇਰੀ ਡਿਫਰੈਂਟ ਹੋ ਸਕਦੀ ਹੈ, ਜਾਂ ਸਭ ਇੱਥੇ ਜੋ ਪ੍ਰੈਜ਼ੈਂਟ ਹੈ ਉਹਨਾਂ ਦੀ ਡਿਫਰੈਂਟ ਹੋ ਸਕਦੀ ਹੈ। तो इंपॉर्टेंट ये है कि पहला अपनी बॉडी ਨੂੰ ਸਮਝਣ ਦੀ ਕੋਸ਼ਿਸ਼ ਕਰੋ, ਆਪਣੀ ਮੈਂਟਲ ਹੈਲਥ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਆਪਣੀ ਇਮੋਸ਼ਨਲ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ, ਤੁਸੀਂ ਕਿੰਨੀ ਕੈਪੈਸਿਟੀ ਹੈ। ਜ਼ਰੂਰੀ ਨਹੀਂ ਕਿ ਮੈਂ 2 ਘੰਟੇ ਜਿਮ ਜਾ ਰਹੀ ਹਾਂ ਤਾਂ ਤੁਸੀਂ ਵੀ ਜਾ ਸਕਦੇ ਹੋ ਜਾਂ ਕੋਈ ਹੋਰ ਵੀ ਜਾ ਸਕਦਾ। ਲਿਸਨ ਟੂ ਯਰ ਬॉडी ਫਸਟ, ਕਿ ਤੁਹਾਡੀ ਬॉडी ਤੁਹਾਨੂੰ ਕੀ ਸਿੰਪਟਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਤੁਹਾਡੀ ਬॉडी ਕਿੰਨੀ ਕੈਪੈਸਿਟੀ ਦੀ ਹੈ। ਅਕੋਰਡਿੰਗ ਟੂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਸਾਨੂੰ 140 ਮਿੰਟਸ पर वीक एक्सरसाइज करनी चाहिए। ਹੁਣ ਉਹ एक्सरसाइज कोई भी हो सकती है, इट कुड बी डांस, इट कुड बी वॉक, इट कुड बी जॉगिंग, इट कुड बी योगा, इट कुड बी पिलाटेस, जुम्बा, जिमिंग, कुछ भी कर सकते हो। मतलब ये हैगा नहीं कुछ करना चाहते तो थ्रू आउट द डे एक्टिव रहो। ठीक है, सीडेंटरी लाइफस्टाइल, क्योंकि हर चीज़ रिमोट नाल चलती है, घरों बाहर निकलते हैं कार स्कूटर वटएवर जो भी है, ਸਾਡੀ ਵਾਕਿੰਗ ਮੂਵਮੈਂਟ, ਬਾਡੀ ਦੀ ਮੂਵਮੈਂਟ ਰਹੀ ਨਹੀਂ ਹੈ ਬਿਲਕੁਲ। ਫਿਜ਼ੀਕਲ ਐਕਟੀਵਿਟੀ ਹੈ। ਹਾਂਜੀ, ਫਿਜ਼ੀਕਲ ਐਕਟੀਵਿਟੀ ਸਭ ਤੋਂ ਇੰਪੋਰਟੈਂਟ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਗਰ 80% ਰੋਲ ਡਾਈਟ ਦਾ ਹੈ ਤਾਂ 20% ਐਕਸਰਸਾਈਜ਼ ਹੈ, ਔਰ ਦੋਨੋਂ ਇੱਕ ਦੂਜੇ ਨਾਲ ਇੰਨੇ ਜ਼ਿਆਦਾ ਕਨੈਕਟਡ ਹੈ ਕਿ ਇੱਕ ਦੂਜੇ ਤੋਂ ਬਿਨਾਂ ਅਧੂਰੇ ਹੈ। ਬਿਲਕੁਲ। ਤਾਂ ਐਕਸਰਸਾਈਜ਼ਸ ਇਜ਼ ਆਲਸੋ ਨਾਨ ਨੈਗੋਸ਼ੀਏਬਲ ਪਾਰਟ ਆਫ ਡਾਈਟ, ਹੈਲਦੀ ਲਾਈਫਸਟਾਈਲ। ਉਹ ਤੁਹਾਨੂੰ ਕਰਨਾ ਹੀ ਪੈਣਾ। ਤੁਸੀਂ ਕੌਨਸ਼ੀਅਸਲੀ ਐਕਟਿਵ ਰਹਿਣ ਦੀ ਕੋਸ਼ਿਸ਼ ਕਰੋ, ਕਿਉਂਕਿ ਜਦ ਅਗਰ ਤੁਸੀਂ ਧਿਆਨ ਨਾਲ ਗੌਰ ਕਰਕੇ ਦੇਖਿਓ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਿ ਤੁਸੀਂ ਦੇਖੋ ਕਿ ਤੁਸੀਂ ਸਾਰਾ ਦਿਨ ਕਿੰਨਾ ਜ਼ਿਆਦਾ ਬੈਠਦੇ ਹੋ। ਤੁਸੀਂ 4-4 ਘੰਟੇ ਇੱਕ ਜਗ੍ਹਾ ਤੇ ਬੈਠੇ ਰਹਿੰਦੇ ਹੋ, ਤੁਹਾਨੂੰ ਪਤਾ ਵੀ ਨਹੀਂ ਚੱਲਦਾ ਕਿ ਤੁਸੀਂ ਨਹੀਂ ਹੈ। ਜਦਕਿ ਇੱਕ ਮੈਂ ਛੋਟਾ ਜਿਹਾ ਫਾਰਮੂਲਾ ਸਭ ਨੂੰ ਦੇਣਾ ਚਾਹੁੰਦੀ ਹਾਂ ਕਿ ਜਿਹੜਾ ਤੁਹਾਡੀ ਹੈਲਥ ਨੂੰ ਹਮੇਸ਼ਾ ਲਈ ਠੀਕ ਕਰ ਦੇਗਾ, ਉਹ ਹੈਗਾ ਕਿ ਹਰ ਅੱਧੇ ਘੰਟੇ ਤੋਂ ਬਾਅਦ 3 ਮਿੰਟ
अगर आधे घंटे तो बाद 3 मिनट की कोई एक्टिविटी करना पॉसिबल नहीं है तो 1 घंटे बाद 5 मिनट। ये फार्मूला है कि अगर जिंदगी भर मतलब अगर तुसी सपोज करो कि मैं तो जी सवेरे 1 घंटा जिम कर लिता है या मैं योगा कर लिता, तो इसका मतलब ये नहीं है कि मैं सारा दिन सोफे ते चेयर ते या वॉटएवर बैठा रवां या किते या बैठी रवां। ਉਹ ਬੈਨੀਫਿਟ ਨਹੀਂ ਹਾਂਜੀ ਉਹਦੇ ਜਿੰਨੇ ਰੋਂਗ ਲਾਈਫ ਸਟਾਈਲ ਦੇ ਨਾਲ ਬੋਡੀ ਨੂੰ ਇਲ ਜਿਹੜੇ ਸੀਗੇ ਉਹਦੇ ਐਸਪੈਕਟਸ ਦੇ ਝੇਲਣੇ ਪੈਣੇ ਸੀ, ਉਹਨੇ ਤੁਹਾਨੂੰ ਫਿਰ ਵੀ ਝੇਲਣੇ ਪੈਣਗੇ ਇਨ ਸਪਾਈਟ ਆਫ ਦਿਸ ਫੈਕਟ ਕਿ ਆਪਨੇ ਸਵੇਰੇ ਐਕਸਰਸਾਈਜ਼ ਵੀ ਕਰ ਲਿੱਤੀ ਹੈ ਔਰ ਤੁਸੀਂ ਸਾਰਾ ਦਿਨ ਬੈਠੇ ਹੋ। ਉਹ ਜਿੱਦਾਂ ਇੱਕ ਪੈਕੇਟ ਸਿਗਰਟ ਸਮੋਕਿੰਗ ਦਾ ਜਿੰਨਾ ਸਾਡੀ ਬੋਡੀ ਨੂੰ ਸਾਈਡ ਇਫੈਕਟ ਹੁੰਦਾ ਓਨਾ ਹੀ ਤੁਹਾਡਾ ਸਾਰਾ ਦਿਨ ਸਿਟਿੰਗ ਦੇ ਨਾਲ ਬੋਡੀ ਨੂੰ ਸਾਈਡ ਇਫੈਕਟ ਹੋ ਰਿਹਾ ਹੈ। ਤਾਂ ਕੋਸ਼ਿਸ਼ ਕਰੋ ਹਰ ਅੱਧੇ ਘੰਟੇ ਬਾਅਦ ਉੱਠੋ, कोई ना कोई मूवमेंट करो, सीढ़ियाँ चढ़ो, अपना कमरे च ऑफिस च बैठे हो उत्थे भी तुसी वॉक कर सकते हो, नहीं अद्धे घंटे बाद पॉसिबल हो रहा है घंटे बाद 5 मिनट की करो। तो ये तो है कि सानू फिजिकली एक्टिव रहना है, ये तुहाडी हेल्थ तो सही रहेगी, फिजिकल हेल्थ तो अच्छी रहेगी बट ये तुहाडी मैंटल हेल्थ भी बहुत अच्छी रहेगी। बिकॉज अज के टाइम दे विच जिन्ने मेरे को मैक्सिमम पेशेंट्स आ रहे हैं ना, जितने यंग जनरेशन आ रही है वो ज़्यादा तो ज़्यादा मैंटल हेल्थ नाल भी अफेक्टेड है, जिन्ना करके उन्होंने फिजिकल हेल्थ खराब हो रही है मैंटल हेल्थ की वजह करके। अननैसेसरी दा प्रेशर है, कंपटीशन बहुत ज़्यादा है, ज़रूरी नहीं है तुसी जड़ा भी फील्ड चूज़ किया तुसी उहदे च कामयाब होए हो, तुहानू रिपीटेड एफर्ट करने पैंदे आ, कोई ईजी नहीं हुंदा कि जिन्हों कि दूसरिਆਂ ਨੂੰ देख देख के कि ਉਹਨੂੰ ਤਾਂ ਬਹੁਤ ਜਲਦੀ ਕਾਮਯਾਬੀ ਮਿਲ ਗਈ ਹੈ ਕਿਸੇ ਵੀ ਫੀਲਡ ਦੇ ਵਿੱਚ ਔਰ ਜਾਂ ਉਹਦੇ ਬਹੁਤ ਅੱਛੇ ਸਕੋਰ ਆ ਗਏ। ਦਿਸ ਡਸਨਟ ਮੀਨ ਕਿ ਤੁਹਾਡੇ ਨਹੀਂ ਆ ਰਹੇ, ਤੁਸੀਂ ਡੇ ਬੇਸਿਸ ਦੇ ਉੱਤੇ ਆਪਣੀ ਅਚੀਵਮੈਂਟਸ ਨੂੰ ਮੋਨੀਟਰ ਕਰੋ, ਠੀਕ ਹੈ ਕਿ ਤੁਸੀਂ ਜ਼ਰੂਰੀ ਨਹੀਂ ਕਿ ਅਗਲੇ ਦਿਨ 90% ਮਾਰਕਸ ਆਇਆ ਤੁਹਾਡੇ 60% ਆਇਆ ਤੇ ਇਹ ਨਹੀਂ, ਤੁਸੀਂ ਕਿੰਨਾ ਹਾਲਾਤਾਂ 'ਚ 60% ਨੰਬਰ ਲਿੱਤੇ ਉਹ ਵੀ ਬਹੁਤ ਮੈਟਰ ਕਰਦਾ ਹੈ। ਸੋ ਆਪਣੀ ਛੋਟੀ ਛੋਟੀ ਪ੍ਰੋਗਰੈਸ ਨੂੰ ਮੋਨੀਟਰ ਕਰੋ, ਉਹਦੇ ਨਾਲ ਤੁਹਾਡੀ ਮੈਂਟਲ ਹੈਲਥ ਜਿਹੜੀ ਹੈਗੀ ਹੈ ਉਹ ਸਟਰੋਂਗ ਰਹੇਗੀ। ਤੁਸੀਂ ਆਪਣੇ ਜਿਹੜੀ ਤੁਹਾਡੀ ਲਾਈਫ ਦੇ ਵਿੱਚ ਅੱਛੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਦੇਖੋ, ਉਹਨਾਂ ਨੂੰ ਰਾਈਟ ਡਾਊਨ ਕਰੋ, ਕੁਝ ਅੱਛੇ ਲੋਕਾਂ ਦੇ ਨਾਲ ਇੰਟਰੈਕਸ਼ਨ ਕਰੋ, ਜਿੰਨੇ ਵੀ ਨੈਗੇਟਿਵ ਲੋਕ ਹੈ ਜਿਨ੍ਹਾਂ ਕਰਕੇ ਤੁਹਾਡੀ ਮੈਂਟਲ ਹੈਲਥ ਡਿਸਟਰਬ ਹੁੰਦੀ ਉਹਨਾਂ ਨੂੰ ਆਪਣੀ ਲਾਈਫ 'ਚੋਂ ਐਲੀਮੀਨੇਟ ਕਰੋ, ਤਾਂ ਕਿ ਉਹ ਤੁਹਾਡੀ ਲਾਈਫ ਤੇ ਪ੍ਰੈਸ਼ਰ ਪਾਈ ਜਾ ਰਿਹਾ, ਤੁਸੀਂ ਅਨਨੈਸੈਸਰੀ ਉਹਨਾਂ ਹੀ ਚੀਜ਼ਾਂ ਨੂੰ ਬਾਰ-ਬਾਰ ਸੋਚੀ ਜਾ ਰਹੇ ਜਦਕਿ ਇੰਨੀ ਪ੍ਰੋਬਲਮ ਹੈ ਨਹੀਂ ਜਿੰਨਾ ਕਿ ਉਹ ਪ੍ਰੈਸ਼ਰ ਪਾਈ ਜਾ ਰਿਹਾ। ਹਾਂਜੀ, ਤਾਂ ਬੈਟਰ ਇਹ ਥੋੜੀ ਇਗਨੋਰੈਂਸ ਜਿਹੜੀ ਹੈਗੀ ਨਾ ਇਸ ਚੀਜ਼ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਜਦ ਤੱਕ ਤੁਹਾਡੀ ਮੈਂਟਲ ਹੈਲਥ ਨਹੀਂ ਸਹੀ ਹੋਏਗੀ ਤੁਹਾਡੀ ਫਿਜ਼ੀਕਲ ਹੈਲਥ ਨਹੀਂ ਸਹੀ ਹੋਏਗੀ। ਫਿਜ਼ੀਕਲ ਅਗੇਨ ਆ ਕੇ ਘੁੰਮ ਕੇ ਚੱਕਰ ਉੱਥੇ ਹੀ ਆ ਜਾਂਦਾ ਕਿ ਅਗਰ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨਾ, ਹਾਂਜੀ, ਤਾਂ ਪਹਿਲਾ ਫਿਜ਼ੀਕਲ ਐਕਟੀਵਿਟੀ ਔਰ ਗੁੱਡ ਡਾਈਟ। ਜਦੋਂ ਤੁਸੀਂ ਸਟ੍ਰੈਸ ਦੇ ਵਿੱਚ ਹੁੰਦੇ ਹੋ ਉਦੋਂ ਤੁਸੀਂ ਬਿੰਜ ਈਟਿੰਗ ਕਰਦੇ ਹੋ। ਬਿੰਜ ਈਟਿੰਗ ਤੋਂ ਮਤਲਬ ਹੈ ਕਿ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਕਿ ਤੁਸੀਂ ਕੀ ਖਾਣਾ, ਤੁਹਾਡੇ ਸਾਹਮਣੇ ਇੱਕ ਚਿਪਸ ਦਾ ਪੈਕੇਟ ਪਿਆ, ਬਿਸਕਿਟਸ ਦਾ ਡਿੱਬਾ ਪਿਆ ਜਾਂ ਵਾਟਐਵਰ ਨਮਕੀਨ ਭੁਜਿਆ ਵਾਟਐਵਰ ਜੋ ਵੀ ਪਿਆ, ਤੁਸੀਂ ਅਨਕੌਂਸ਼ੀਅਸਲੀ ਉਹਨੂੰ ਖਾਈ ਜਾ ਰਹੇ ਹੋ। ਤੁਹਾਨੂੰ ਜ਼ਰੂਰਤ ਵੀ ਨਹੀਂ ਹੈ, ਤੁਹਾਨੂੰ ਭੁੱਖ ਵੀ ਨਹੀਂ ਲੱਗੀ ਹੋਈ ਐਂਡ ਯੂ ਡੋਂਟ ਵਾਂਟ ਟੂ ਈਟ ਇਟ, ਖਾਣਾ ਵੀ ਨਹੀਂ ਚਾਹੁੰਦੇ ਹੋ ਬਟ ਕਿਉਂਕਿ ਤੁਸੀਂ ਸਾਈਕੋਲੋਜੀਕਲੀ ਅਫੈਕਟਡ ਹੋ, ਤੁਸੀਂ ਮੈਂਟਲੀ ਸਟ੍ਰੈਸ ਔਰ ਡਿਪਰੈਸਡ ਹੋ, ਇਸ ਕਰਕੇ ਤੁਹਾਡਾ ਉਦੋਂ ਵਜ਼ਨ ਵੀ ਵੱਧਦਾ ਹੈ ਕਿਉਂਕਿ ਤੁਸੀਂ ਅਨਕੌਂਸ਼ੀਅਸਲੀ ਆਊਟ ਆਫ ਮਾਈਂਡ ਤੁਸੀਂ ਬਹੁਤ ਜ਼ਿਆਦਾ ਖਾ ਲੈਂਦੇ ਹੋ। ਜਿੰਨੀ ਦੇਰ ਤੱਕ ਤੁਹਾਡੀ ਬੋਡੀ ਤੇ ਉਹਦੇ ਸਾਈਡ ਇਫੈਕਟ ਹੋਣ ਤੁਸੀਂ ਆਲਰੇਡੀ ਬਹੁਤ ਕੁਝ ਖਾ ਚੁੱਕੇ ਹੁੰਦੇ ਹੋ। ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿੰਨਾ ਕੰਸੀਡਰ ਕਰਨ ਦੀ ਜ਼ਰੂਰਤ ਹੈ। ਠੀਕ ਹੈ ਮੈਮ, ਤੁਸੀਂ ਬਹੁਤ ਅੱਛਾ ਦੱਸਿਆ। ਹਾਂਜੀ, ਸੋ ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਸੁਣ ਲਿਆ ਹੈ ਕਿ ਫਿਜ਼ੀਕਲ ਹੈਲਥ ਦੇ ਨਾਲ ਰਿਲੇਟਡ ਹੈ ਮੈਂਟਲ ਹੈਲਥ। ਜੇ ਫਿਜ਼ੀਕਲ ਹੈਲਥ ਨੂੰ ਅਸੀਂ ਚੰਗਾ ਰੱਖਦੇ ਹਾਂ ਤੇ ਮੈਂਟਲ ਹੈਲਥ ਆਪਣੇ ਆਪ ਹੀ ਆਟੋਮੈਟਿਕਲੀ ਠੀਕ ਹੋ ਜਾਂਦੀ ਹੈ। ਡਾਕਟਰ ਸਾਹਿਬ ਨੇ ਦੱਸਿਆ ਹੈ, ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਤੇ ਜਾਣਾਂਗੇ ਕਿ ਆਪਾਂ ਇਹਨਾਂ ਰੋਗਾਂ ਤੋਂ ਮਤਲਬ ਕਿ ਇਸ ਲਾਈਫਸਟਾਈਲ ਡਿਸਆਰਡਰ ਦੇ ਨਾਲ ਸਾਨੂੰ ਕਿਹੜੇ ਰੋਗ ਹੋ ਸਕਦੇ, ਖਾਸ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਹੋ ਸਕਦਾ, ਇਹਦੀ ਹਾਨੀ ਕੀ ਹੈ। ਹਾਂਜੀ, ਜੈਸੇ ਮੈਂ ਤੁਹਾਨੂੰ ਦੱਸਿਆ ਕਿ ਲਾਈਫਸਟਾਈਲ ਖਰਾਬ ਕਿੰਨਾ ਗੱਲਾਂ ਕਰਕੇ ਹੋ ਰਿਹਾ, नींद ना पूरी होना, टाइम से ना खाना, मेंटल हेल्थ डिस्टर्ब करना और थ्रू आउट द डे सिटिंग दे देना और फिर बैठे बैठे जंक फूड खाई जाना। ਜਦੋਂ ਅਸੀਂ ਐਕਸੈਸ ਦੇ ਵਿੱਚ ਜੰਕ ਫੂਡ ਖਾਂਦੇ, ਜਦੋਂ ਅਸੀਂ ਯੰਗ ਏਜ 'ਚ ਹੁੰਦੇ ਆ 20-25, ਵੈਸੇ ਅੱਜ ਕੱਲ੍ਹ ਤਾਂ 8 ਸਾਲ ਦੇ ਬੱਚਿਆਂ ਨੂੰ ਵੀ ਸ਼ੂਗਰ ਹੋ ਰਹੀ ਹੈ, 8 ਸਾਲ ਦੇ ਬੱਚਿਆਂ ਦਾ ਵੀ ਫੈਟੀ ਲਿਵਰ ਹੋ ਰਿਹਾ। ਇਹ ਚੀਜ਼ ਵੀ ਅਗਰ ਮੈਂ ਗਲਤ ਨਹੀਂ ਹੋਏਗੀ ਅਗਰ ਮੈਂ ਕਹਾਂਗੀ ਕਿ ਪਿਛਲੇ ਲਾਸਟ 2 ਡੈਕੇਡਸ ਦੇ ਉੱਤੋਂ ਇਹ ਵਾਲਾ ਫਾਰਮੂਲਾ ਵੀ ਗਲਤ ਹੋ ਗਿਆ ਕਿ 40 ਦੀ ਏਜ ਤੋਂ ਬਾਅਦ ਤੁਹਾਡੇ ਬੋਡੀ ਦੇ ਪੈਰਾਮੀਟਰਸ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਬਟ ਅੱਜ ਦੇ ਟਾਈਮ 'ਚ ਯੰਗ ਬੱਚੇ ਮੇਰੇ ਕਲੀਨਿਕ 'ਤੇ ਆ ਰਹੇ ਔਰ ਰੀਅਲੀ ਫੀਲ ਸੋ ਬੈਡ ਕਿ ਇੰਨੀ ਯੰਗ ਜਨਰੇਸ਼ਨ ਡਾਇਬਟਿਕ ਹੋ ਰਹੀ ਹੈ, ਬਲੱਡ ਪ੍ਰੈਸ਼ਰ ਹੋ ਰਿਹਾ, 25-26 ਸਾਲ ਦੀ ਉਮਰ 'ਚ ਹਾਈ ਬਲੱਡ ਪ੍ਰੈਸ਼ਰ ਹੈ, 19-20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਫੈਟੀ ਲਿਵਰ ਹੋ ਰਿਹਾ ਜਾਂ 6-7 ਸਾਲ ਦੇ ਬੱਚਿਆਂ ਦਾ ਵੀ ਹੋ ਰਿਹਾ। ਸੋ ਮਤਲਬ ਇਹ ਹੈ ਕਿ ਅਗਰ ਜਿੰਨੀਆਂ ਵੀ ਲਾਈਫਸਟਾਈਲ ਡਿਜ਼ੀਜ਼ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਔਰ ਅਗਰ ਇਹਨਾਂ ਡਿਜ਼ੀਜ਼ਸ ਤੋਂ ਬਚ ਕੇ ਰਹਿਣਾ ਹੈਗਾ, ਜਦੋਂ ਕਿਉਂਕਿ ਅਸੀਂ नहीं टाइम सिर खाने हैं, नहीं एक्टिविटी करते हैं, तो कुछ लंबे समय तक जो यही लाइफ स्टाइल रहता। देखो कदी कदाई तुसी डिप्रैस्ड होए, कदी कदाई तुसी नींद नहीं पूरी की, कदी कदाई तुसी जंक फूड खादा, कदी कदाई तुसी एक्टिविटी नहीं की या कदी कदाई तुसी रिता
ਤਾਂ ਤੁਹਾਡੀ ਬਾਡੀ ਤੇ ਇੰਨਾ ਇਫੈਕਟ ਨਹੀਂ ਹੋਏਗਾ। ਬਟ ਜਦੋਂ ਕੰਸਿਸਟੈਂਟਲੀ, ਜਦੋਂ ਰੈਗੂਲਰਲੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੋ, ਤੁਹਾਡੇ ਜੀਵਨ ਦਾ ਹਿੱਸਾ ਬਣ ਗਿਆ। ਰੋਜ਼ ਹੀ ਰਾਤ ਨੂੰ ਲੇਟ ਸੋਣਾ, ਰੋਜ਼ ਹੀ ਜੰਕ ਫੂਡ ਖਾਣਾ, ਜ਼ੋਮੈਟੋ ਸਵੀਗੀ ਤੋਂ ਘਰ ਆਰਡਰ ਆ ਰਿਹਾ ਹੈ ਜਾਂ ਤੁਸੀਂ ਕਿਤੇ ਜਾ ਕੇ ਖਾ ਰਹੇ ਹੋ, ਰੋਜ਼ ਹੀ ਤੁਹਾਡਾ ਐਕਸਰਸਾਈਜ਼ਸ ਤੋਂ ਨਾਗਾ ਪਾਣਾ, ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਹੇ ਹੋ, ਤਾਂ ਆਟੋਮੈਟਿਕਲੀ ਡਿਜ਼ੀਜ਼ ਦੀ ਫਾਰਮ 'ਚ ਹੋਣਾ। ਹੁਣ ਡਿਜ਼ੀਜ਼ ਕੋਈ ਵੀ ਹੋ ਸਕਦੀ, ਪਹਿਲਾਂ ਤੁਹਾਡਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋਏਗਾ, ਤੁਹਾਡੀ ਡਾਇਬਟੀਜ਼ ਦਾ ਇੰਸੂਲਿਨ ਇੱਕ ਬਾਡੀ ਸਾਡਾ ਹਾਰਮੋਨ ਪ੍ਰੋਡਿਊਸ ਕਰਦੀ ਹੈ। ਪੈਨਕ੍ਰੀਆਸ ਹੈ ਸਾਡੀ ਬਾਡੀ ਦੇ ਬੀਟਾ ਸੈਲਸ ਜਿਹੜੇ ਕਿ ਇੰਸੂਲਿਨ ਪ੍ਰੋਡਿਊਸ ਕਰਦੇ, ਦੈਟ ਇਜ਼ ਹਾਰਮੋਨ। ਉਹ ਇੰਸੂਲਿਨ ਜਦੋਂ ਅਸੀਂ ਨਾਰਮਲੀ ਕੁਝ ਖਾਂਦੇ ਹਾਂ, ਇੰਸੂਲਿਨ ਸਿਕ੍ਰੀਸ਼ਨ ਹੁੰਦੀ ਹੈ ਔਰ ਜਿਹੜਾ ਤੁਹਾਡਾ ਖਾਣਾ ਹੈ ਉਹਨੂੰ ਗਲੂਕੋਜ਼ 'ਚ ਕਨਵਰਟ ਕਰਕੇ ਸਾਡੀ ਸੈਲਸ ਦੇ ਵਿੱਚ ਬਾਡੀ 'ਚ ਜਾਂਦਾ ਹੈ। ਲੇਕਿਨ ਹੌਲੀ ਹੌਲੀ ਕੀ ਹੁੰਦਾ ਹੈ ਕਿ ਉਹ ਇੰਸੂਲਿਨ ਰੈਜ਼ਿਸਟੈਂਸ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਕਦੋਂ ਜਦੋਂ ਮੈਂ ਪਿਛਲੀਆਂ ਚੀਜ਼ਾਂ ਦੱਸੀਆਂ ਕਿ ਲੈਕ ਆਫ ਇਨਐਕਟੀਵਿਟੀ ਹੋ ਗਿਆ, ਖਾਣਾ ਪੀਣਾ ਸਹੀ ਨਹੀਂ ਹੋਇਆ, ਕੰਟੀਨਿਊਸਲੀ ਖਾ ਰਹੇ ਹਾਂ, ਫੈਟ ਬਾਡੀ ਦੇ ਵਿੱਚ ਜਾ ਕੇ ਫੈਟ ਸੈਲਸ ਦੇ ਵਿੱਚ ਗਲੂਕੋਜ਼ ਜਿਹੜਾ ਹੈਗਾ ਉਹ ਸਟੋਰ ਹੋ ਰਿਹਾ, ਤਾਂ ਸਾਨੂੰ ਇੰਸੂਲਿਨ ਰੈਜ਼ਿਸਟੈਂਸ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ। ਮਤਲਬ ਕਿ ਪੈਨਕ੍ਰੀਆਸ ਇੰਸੂਲਿਨ ਤੋਂ ਸਿਕ੍ਰੀਟ ਕਰ ਰਹੇ ਹੈ, ਲੇਕਿਨ ਬਾਡੀ ਦੇ ਡਿਫਰੈਂਟ ਸੈਲਸ, ਚਾਹੇ ਉਹ ਮਸਲਸ ਦੇ ਸੈੱਲ ਹੈ, ਚਾਹੇ ਉਹ ਲਿਵਰ ਦੇ ਸੈਲਸ ਹੈ, ਉਹਨਾਂ ਨੂੰ ਯੂਜ਼ ਨਹੀਂ ਕਰ ਰਹੇ। ਠੀਕ ਹੈ, ਉਹਨੂੰ ਯੂਜ਼ ਨਾ ਹੋਣ ਦੀ ਵਜ੍ਹਾ ਕਰਕੇ ਇੰਸੂਲਿਨ ਨਿਕਲੀ ਜਾ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਬਟ ਸੈੱਲ ਉਹਨੂੰ ਰਿਸੈਪਟਰ ਨਹੀਂ ਕਰ ਰਹੇ, ਤਾਂ ਉਹ ਬਾਡੀ ਦੇ ਵਿੱਚ ਬਲੱਡ ਗਲੂਕੋਜ਼ ਲੈਵਲ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ। ਉੱਥੋਂ ਸਾਡੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ। ਸਭ ਤੋਂ ਪਹਿਲਾਂ ਪ੍ਰੀ ਡਾਇਬਟੀਜ਼, PCOD ਜਿਹੜੀਆਂ ਗਰਲਸ ਦੀ, ਪੋਲੀਸਿਸਟਿਕ ਓਵਰੀਅਨ ਡਿਜ਼ੀਜ਼ ਜਿਹੜੀ ਲੇਡੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਮੇਰੇ ਖਿਆਲ ਨਾਲ ਹਰ 5 ਚੋਂ ਇੱਕ ਬੱਚੀ ਨੂੰ PCOD ਦੀ ਪ੍ਰੋਬਲਮ ਹੋ ਰਹੀ ਹੈ। ਔਰ ਇਹ ਪ੍ਰੋਬਲਮ ਦੇ ਵਿੱਚ ਇੰਸੂਲਿਨ ਰੈਜ਼ਿਸਟੈਂਸ ਆਮ ਪ੍ਰੋਬਲਮ ਹੈ। ਇੰਸੂਲਿਨ ਰੈਜ਼ਿਸਟੈਂਸ ਜਦੋਂ ਥੋੜੇ ਜਿਹੇ ਲੰਬੇ ਟਾਈਮ ਦੇ ਵਿੱਚ ਰਹਿੰਦੀ ਹੈ ਤਾਂ ਫਿਰ ਸਾਨੂੰ ਪ੍ਰੀ ਡਾਇਬਟੀਜ਼ ਹੁੰਦੀ ਹੈ। ਪ੍ਰੀ ਡਾਇਬਟੀਜ਼ ਤੋਂ ਬਾਅਦ ਸਾਨੂੰ ਉਹ ਡਾਇਬਟੀਜ਼ ਟਾਈਪ 2 ਦੇ ਵਿੱਚ ਕਨਵਰਟ ਹੋ ਜਾਂਦੀ। ਹਾਂਜੀ, ਜਿੱਥੇ ਸਾਡੀ ਮੈਡੀਸਿਨਸ ਜਿਹੜੀ ਹੈਗੀ ਹੈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਔਰ ਮੈਂ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਨੂੰ ਇਹ ਚੀਜ਼ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਟਾਈਪ 2 ਡਾਇਬਟੀਜ਼ ਵੀ ਈਜ਼ੀਲੀ ਰਿਵਰਸੇਬਲ ਹੈ। ਤੁਸੀਂ ਅਗਰ ਹੁਣ ਵੀ ਜਾਗਰੂਕ ਹੋ ਗਏ ਹੋ ਕਿ ਹਾਲੇ ਵੀ ਜਿੱਦਾਂ ਕਹਿੰਦੇ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ, ਉਹ ਚੀਜ਼ ਹੈ ਕਿ ਅਗਰ ਹੁਣ ਵੀ ਤੁਸੀਂ ਜਾਗਰੂਕ ਹੋ ਗਏ ਹੋ ਤਾਂ ਤੁਸੀਂ ਹਾਲੇ ਵੀ ਆਪਣੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਉਹਨੂੰ ਰਿਵਰਸ ਕਰ ਸਕਦੇ ਹੋ। ਬਟ ਹਾਊ, ਕਿਸ ਤਰ੍ਹਾਂ? ਹਾਂ, ਹੁਣ ਇਹਦਾ ਇਹ ਤਰੀਕਾ ਹੈਗਾ ਕਿ ਜਿਹੜੇ ਕਿ ਕਾਰਨ ਬਣੇ ਆ, ਪਹਿਲਾਂ ਤਾਂ ਸਾਨੂੰ ਸਿੰਪਟਮਸ ਵੀ ਦੇਖਣੇ ਚਾਹੀਦੇ ਹੈ ਕਿ ਡਾਇਬਟੀਜ਼ ਤੁਹਾਨੂੰ ਹੈ। ਕਈ ਵਾਰੀ ਤਾਂ ਲੋਕੀ ਚੈੱਕ ਹੀ ਨਹੀਂ ਕਰਾਉਂਦੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂ ਕਿ 3 ਮਹੀਨੇ ਦਾ ਟੈਸਟ ਹੁੰਦਾ ਹੈ, ਦੈਟ ਇਜ਼ HbA1c ਟੈਸਟ। ਉਹ ਸਾਨੂੰ ਹਰ ਇਨਸਾਨ ਨੂੰ ਕਰਵਾਉਣਾ ਚਾਹੀਦਾ। ਉਹਦੇ ਨਾਲ ਸਾਡੀ ਲਿਪਿਡ ਪ੍ਰੋਫਾਈਲ ਜਿਹੜੀ ਹੈ, ਜਿਹਦੇ 'ਚ ਕੋਲੇਸਟਰੋਲ, ਟ੍ਰਾਈਗਲਿਸਰਾਈਡਸ, ਇਹ ਸਾਡੀ ਲਿਪਿਡ ਪ੍ਰੋਫਾਈਲ ਦਾ ਪਾਰਟ ਹੈ। ਇਹਨਾਂ ਸਾਰੇ ਟੈਸਟਾਂ ਤੋਂ ਪਤਾ ਚੱਲਦਾ ਕਿ ਸਾਡੀ ਬਾਡੀ ਦੀ ਕੀ ਕੰਡੀਸ਼ਨ। ਹੁਣ ਜੇ ਪਤਾ ਚੱਲ ਗਿਆ ਕਿ ਸਾਨੂੰ ਪ੍ਰੋਬਲਮ ਹੋ ਗਈ ਹੈ, ਜੇ ਸਾਡਾ 3 ਮਹੀਨੇ ਵਾਲਾ HbA1c ਟੈਸਟ ਹੈ ਜੇ 5.7 ਜਾਂ ਉਸ ਤੋਂ ਉੱਪਰ ਆਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਪ੍ਰੀ ਡਾਇਬਟੀਜ਼ ਹੈ। ਜੇ 6.4 ਤੱਕ ਹੈ ਤਾਂ ਤੁਸੀਂ ਪ੍ਰੀ ਡਾਇਬਟਿਕ ਹੋ। ਜੇ 6.4 ਤੋਂ ਉੱਪਰ ਆਇਆ ਹੈ 3 ਮਹੀਨੇ ਵਾਲਾ ਟੈਸਟ, ਤਾਂ ਇਟ ਮੀਨਸ ਕਿ ਯੂ ਆਰ ਡਾਇਬਟਿਕ, 100% ਡਾਇਬਟਿਕ। ਹੁਣ ਇਹ ਤਾਂ ਅਗਰ ਇਹਨੂੰ ਕੰਟਰੋਲ ਇਮੀਡੀਏਟਲੀ ਕਰਨਾ ਹੈ ਤਾਂ ਕੁਝ ਜੀਵਨ ਸ਼ੈਲੀ ਦੇ ਸੁਧਾਰ ਹੈ, ਕੁਝ ਬਹੁਤ ਇੱਦਾਂ ਦੀਆਂ ਕੋਈ ਐਬਨੋਰਮਲ ਚੀਜ਼ਾਂ ਨਹੀਂ ਕਰਨ ਦੀ ਜ਼ਰੂਰਤ ਹੈ ਜਿਹਦੇ ਕਰਕੇ ਨਹੀਂ ਹੈ। ਛੋਟੇ ਛੋਟੇ ਸਟੈਪਸ, ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਅੱਜ ਹੀ ਕਹੋ ਕਿ ਅੱਜ ਹੀ ਮੈਂ ਹੁਣ ਕੱਲ ਤੋਂ ਹੀ 2 ਘੰਟੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੇਣੀ ਹੈ ਜਾਂ ਨਹੀਂ, ਇੱਦਾਂ ਕਰਨ ਦੀ ਜ਼ਰੂਰਤ ਨਹੀਂ। ਪਹਿਲਾਂ ਤਾਂ ਆਪਣੀ ਦਿਨਚਰਿਆ ਫਿਕਸ ਕਰੋ, ਜੋ ਮੈਂ ਸਟਾਰਟਿੰਗ 'ਚ ਕਿਹਾ ਸੀ, ਆਪਣੇ ਉੱਠਣ ਬੈਠਣ, ਖਾਣ ਪੀਣ, ਸੌਣ, ਸਭ ਦਾ ਟਾਈਮ ਫਿਕਸ ਕਰੋ। ਡਿਸਿਪਲਿਨਡ ਲਾਈਫ, ਇਹ ਸਾਡੇ ਐਂਸ਼ੀਅੰਟ ਟਾਈਮਸ ਤੋਂ ਸਾਡੇ ਗ੍ਰੰਥਾਂ ਦੇ ਵਿੱਚ, ਸਾਡੇ ਹਰ ਧਾਰਮਿਕ ਗ੍ਰੰਥ ਲੈ ਲਓ ਜਾਂ ਕੁਝ ਵੀ, ਹਰ ਵਿੱਚ ਤੁਹਾਨੂੰ ਇੰਪੋਰਟੈਂਸ ਦੱਸੀ ਗਈ ਹੈ ਡਿਸਿਪਲਿਨ ਦੀ, ਟਾਈਮਲੀ ਇੰਪੋਰਟੈਂਸ ਦੀ। ਤੁਸੀਂ ਪੂਜਾ ਕਰਦੇ ਹੋ, ਪ੍ਰਾਰਥਨਾ ਕਰਦੇ ਹੋ, ਭਗਤੀ ਕਰਦੇ ਹੋ, ਉਹਦਾ ਵੀ ਕੁਝ ਟਾਈਮ ਹੁੰਦਾ। ਇਹ ਤਾਂ ਨਹੀਂ ਹੈ ਕਿ ਜਦੋਂ ਵੀ ਦਿਲ ਕੀਤਾ ਤੁਸੀਂ ਉਦੋਂ ਹੀ ਪ੍ਰਾਰਥਨਾ ਕਰ ਲਿੱਤੀ। ਮੰਦਿਰ, ਗੁਰਦੁਆਰੇ, ਚਰਚਿਸ ਵੀ ਕੁਝ ਟਾਈਮ ਦੇ ਵਿੱਚ ਬੰਦ ਹੋ ਜਾਂਦੀਆਂ ਕਿ ਹੁਣੇ ਟਾਈਮ ਨਹੀਂ ਹੈਗਾ। ਬਟ ਦਿਸ ਮੀਨਸ ਕਿ ਹਰ ਚੀਜ਼ ਦਾ ਡਿਸਿਪਲਿਨ ਹੋਣਾ ਚਾਹੀਦਾ। ਸੋ ਇਸੇ ਤਰੀਕੇ ਨਾਲ ਸਾਡਾ ਸਰੀਰ ਵੀ ਆਪਣੇ ਆਪ 'ਚ ਇੱਕ ਬਾਡੀ ਟੈਂਪਲ ਹੈ। ਠੀਕ ਹੈ, ਤੁਸੀਂ ਬਾਹਰ ਪੂਜਾ ਕਰ ਰਹੇ ਹੋ, ਪਹਿਲਾਂ ਆਪਣੇ ਸਰੀਰ ਦੀ ਪੂਜਾ ਕਰੋ, ਬਿਕੋਜ਼ ਸਰੀਰ ਵੀ ਮਾਧਿਅਮ ਹੈ ਜਿਹਦੇ ਥਰੂ ਤੁਸੀਂ ਅਗਰ ਤੁਸੀਂ ਠੀਕ ਨਹੀਂ ਫੀਲ ਕਰ ਰਹੇ ਹੋ ਤਾਂ ਤੁਸੀਂ ਪੂਜਾ, ਪ੍ਰਾਰਥਨਾ, ਭਗਤੀ, ਮੁਝੇ ਨਹੀਂ ਲੱਗਦਾ ਵੀ ਕੁਝ ਵੀ ਕਰ ਸਕਦੇ ਹੋ। ਤੁਹਾਡੇ ਪੇਟ 'ਚ ਦਰਦ ਹੈ, ਤੁਸੀਂ ਮੈਂਟਲੀ ਡਿਸਟਰਬ ਹੋ, ਯੂ ਵੋਂਟ ਬੀ ਏਬਲ ਟੂ ਡੂ ਐਨੀ ਪ੍ਰੇਅਰਸ। ਕਿਸੇ ਵੀ ਧਰਮ ਦੇ ਹੋ, ਤੁਸੀਂ ਨਹੀਂ ਕਰ ਪਾਓਗੇ। ਸੋ ਬੈਟਰ ਇਹ ਹੈਗਾ ਕਿ ਟਾਈਮ ਰੱਖੋ ਹਰ ਚੀਜ਼ ਦਾ, ਕਿ ਮੇਰਾ ਲੰਚ ਦਾ ਟਾਈਮ ਬੈਟਰ ਰਹਿੰਦਾ ਹਮੇਸ਼ਾ 1-1.5 ਵਜੇ ਤੱਕ ਹੀ ਸਾਡਾ ਲੰਚ ਹੋ ਜਾਣਾ ਚਾਹੀਦਾ। ਬ੍ਰੇਕਫਾਸਟ ਜਿਹੜਾ ਹੈਗਾ, ਬ੍ਰੇਕਫਾਸਟ ਨੂੰ ਲੈ ਕੇ ਲੋਕਾਂ ਦੀ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਬ੍ਰੇਕਫਾਸਟ ਛੋੜ ਦਿਓ ਜਾਂ ਪਤਲੇ ਹੋਣ ਦੇ ਚੱਕਰ ਦੇ ਮਾਰੇ ਵੀ ਬ੍ਰੇਕਫਾਸਟ ਛੋੜ ਦਿਓ। ਸੋ ਅਗਰ ਤੁਸੀਂ ਡਾਇਬਟੀਜ਼ ਤੋਂ ਮੁਕਤ ਰਹਿਣਾ ਹੈ, ਹਾਈਪਰਟੈਂਸ਼ਨ ਤੋਂ ਠੀਕ ਰਹਿਣਾ ਹੈ, ਤਾਂ ਪਹਿਲਾਂ ਬ੍ਰੇਕਫਾਸਟ ਔਨ ਟਾਈਮ। ਬ੍ਰੇਕਫਾਸਟ ਉਹ ਜਿਹੜਾ ਵੀ ਤੁਹਾਡੇ ਜੋ ਤੁਸੀਂ ਇੰਨੇ ਸਦੀਆਂ ਤੋਂ ਖਾ ਰਹੇ ਹੋ, ਜਿਹੜੇ ਤੁਹਾਡੇ ਪੇਰੈਂਟਸ, ਤੁਹਾਡੇ ਦਾਦਕੇ, ਤੁਹਾਡੇ ਨਾਨਕੇ, ਜੋ ਤੁਸੀਂ ਬਚਪਨ 'ਚ ਖਾ ਰਹੇ ਸੀ, ਸਾਊਥ ਇੰਡੀਅਨ, ਐਗਜ਼ੈਕਟਲੀ ਟ੍ਰੈਡੀਸ਼ਨਲ ਰੀਜਨਲ ਫੂਡ, ਜੋ ਤੁਹਾਡੇ ਪੇਰੈਂਟਸ ਖਾਂਦੇ ਰਹੇਗਾ। ਤੁਸੀਂ ਪਰਾਂਠਾ ਖਾਂਦੇ ਹੋ, ਪੋਹਾ ਖਾਂਦੇ ਹੋ, ਉਪਮਾ ਖਾਂਦੇ ਹੋ, ਇਡਲੀ ਡੋਸਾ ਖਾਂਦੇ ਹੋ, ਵਟ ਐਵਰ ਜੋ ਵੀ ਤੁਸੀਂ ਖਾਂਦੇ ਹੋ,
ਉਹ ਬ੍ਰੇਕਫਾਸਟ 'ਚ ਖਾਓ। ਔਰ ਬ੍ਰੇਕਫਾਸਟ ਸ਼ੁੱਡ ਬੀ ਔਨ ਟਾਈਮ, ਮਤਲਬ ਤੁਸੀਂ ਉੱਠੇ ਹੋ 7-8 ਵਜੇ ਔਰ ਉੱਠ ਕੇ ਤੁਸੀਂ 1-1 ਵਜੇ ਤੱਕ ਬਾਕੀ ਸਾਰੀ ਐਕਟੀਵਿਟੀਜ਼ ਲਈ ਤੁਹਾਡੇ ਕੋਲ ਟਾਈਮ ਹੈ, ਬਟ ਤੁਹਾਡੇ ਕੋਲ ਬ੍ਰੇਕਫਾਸਟ ਲਈ ਟਾਈਮ ਨਹੀਂ ਹੈ। ਸੋ ਬ੍ਰੇਕਫਾਸਟ ਔਨ ਟਾਈਮ, ਪਹਿਲਾਂ ਉੱਠੋ, ਉੱਠ ਕੇ ਤੁਸੀਂ ਆਪਣਾ ਜਿਹੜਾ ਹੈਗਾ ਪ੍ਰਾਣਾਯਾਮ, ਬਰੀਦਿੰਗ ਐਕਸਰਸਾइजेस ਬਹੁਤ ਇੰਪੋਰਟੈਂਟ ਹੈ ਅਗਰ ਡਾਇਬੀਟੀਜ਼ ਨੂੰ ਤੁਸੀਂ ਠੀਕ ਕਰਨਾ ਹੈ। ਤਾਂ ਬਰੀਦਿੰਗ ਐਕਸਰਸਾइजेस ਪਲੱਸ ਕੁਝ ਯੋਗਾ ਦੇ ਆਸਨ ਹੈ, ਉਹ ਜਿਹੜੇ ਹੈਗੇ ਸਾਨੂੰ ਦਿਨਚਰਿਆ ਦੇ ਵਿੱਚ ਬਿਨ ਨਾਗਾ, ਕਿਉਂਕਿ ਰੈਗੂਲਰਿਟੀ ਬਹੁਤ ਜ਼ਰੂਰੀ। ਮੈਂ ਅਕਸਰ ਇਹ ਕਲੀਨਿਕਲ ਪ੍ਰੈਕਟਿਸ 'ਚ ਦੇਖਿਆ ਹੈ ਕਿ ਬਹੁਤ ਲੋਕ ਬਹੁਤ ਜ਼ਿਆਦਾ ਨਾ ਆਸਾਨ ਹੋ ਜਾਂਦਾ ਹੈ ਕਿ ਮੈਂ ਕਿਤੇ ਤੁਸੀਂ ਹਫਤੇ ਦੇ ਵਿੱਚ 2 ਦਿਨ ਮੇਰਾ ਨਹੀਂ ਫਰਕ ਪਿਆ। ਤੁਹਾਨੂੰ ਰੂਟੀਨ ਦੇ ਵਿੱਚ ਕਰਨੀਆਂ ਪੈਣੀਆਂ ਚੀਜ਼ਾਂ, ਇਹ ਨਹੀਂ ਹੈ ਕਿ ਮਹੀਨੇ ਦੇ ਵਿੱਚ ਐਗਜ਼ੈਕਟਲੀ ਮਹੀਨੇ 'ਚ 4 ਦਿਨ ਕਰ ਲਿੱਤਾ ਔਰ ਤੁਸੀਂ ਆਪਣੇ ਆਪ ਨੂੰ ਜਿਹਨੂੰ ਮਰਜ਼ੀ। ਮੈਂ ਹਮੇਸ਼ਾ ਇਹ ਚੀਜ਼ ਆਪਣੇ ਪੇਸ਼ੈਂਟਸ ਨਾਲ ਵੀ ਬੋਲਦੀ ਹਾਂ ਕਿ ਤੁਸੀਂ ਕਿਸੇ ਨੂੰ ਵੀ ਧੋਖਾ ਦੇ ਦਿਓ ਲੇਕਿਨ ਆਪਣੇ ਆਪ ਨੂੰ ਧੋਖਾ ਨਹੀਂ ਦਿਓ, ਬਿਕੋਜ਼ ਇਟਸ ਵੈਨ ਯੂ ਆਰ ਚੀਟਿੰਗ ਯੋਰਸੈਲਫ ਨਾ, ਆਪਣੇ ਆਪ ਨਾਲ ਜਦੋਂ ਤੁਸੀਂ ਇਮਾਨਦਾਰੀ ਨਹੀਂ ਕਰਦੇ ਹੋ ਫਿਰ ਤੁਸੀਂ ਕੁਝ ਨਹੀਂ ਯੂ ਸਟੈਂਡ ਨੋਵੇਅਰ ਕਿ ਤੁਸੀਂ ਕਿੱਥੇ ਖੜੇ ਹੋ। ਅਸੀਂ ਜਿੰਨਾ ਟਾਈਮ ਸਿਹਤ ਨੂੰ ਵਿਗਾੜਨ ਚ ਲਾਇਆ, ਹਾਂਜੀ ਉਹਨਾਂ ਹੀ ਹੁਣ ਟਾਈਮ ਸਿਹਤ ਨੂੰ ਸੁਧਾਰਨ ਚ ਲਾਇਆ, ਰਿਵਰਸ ਕਰਨ ਦੇ ਵਿੱਚ ਛੋਟੇ ਬੇਬੀ ਮੰਗਦੇ ਆ ਕਿ ਅਸੀਂ 2-3 ਦਿਨ ਕੀਤਾ ਸਾਨੂੰ ਰਿਜ਼ਲਟ ਮਿਲ ਜਾਏ। ਨਹੀਂ ਐਨੇ ਰਿਜ਼ਲਟ ਜ਼ਰੂਰ ਦੇਗੀ। ਔਰ ਬਾਡੀ ਸਾਡੀ ਇੱਕ ਇੰਨੀ ਹੀ ਈਸ਼ਵਰ ਦਾ ਇੰਨਾ ਜ਼ਿਆਦਾ ਅੱਛਾ ਗਿਫਟ ਹੈ ਕਿ ਜਿੰਨੀ ਸਾਨੂੰ ਕੋਈ ਪੈਨ ਵੀ ਗਿਫਟ ਦੇ ਵਿੱਚ ਦਿੰਦਾ ਤੇ ਅਸੀਂ ਉਹਦੀ ਬਹੁਤ ਸੰਭਾਲ ਕਰਦੇ ਹਾਂ ਕਿ ਸਾਨੂੰ ਇਹ ਗਿਫਟ ਮਿਲਿਆ ਸੀ। ਔਰ ਈਸ਼ਵਰ ਦਾ ਦਿੱਤਾ ਹੋਇਆ ਅਨਮੋਲ ਗਿਫਟ ਜਿਹਦੀ ਤੁਸੀਂ ਕੇਅਰ ਹੀ ਨਹੀਂ ਕਰਦੇ, ਫਿਰ ਹਸਪੀਟਲਸ ਜਾ ਕੇ ਧੱਕੇ ਖਾਈ ਜਾਓ। ਔਰ ਮੈਂ ਹਮੇਸ਼ਾ ਕਹਿੰਦੀ ਹਾਂ ਫਿਰ ਤੁਸੀਂ ਵਰਲਡ ਵਾਈਡ ਘੁੰਮ ਲਓ, ਜੇ ਤੁਹਾਨੂੰ ਬਿਮਾਰੀਆਂ ਆ ਗਈਆਂ ਫਿਰ ਤੁਸੀਂ ਉਹਦੇ ਲਈ ਧੱਕੇ ਹੀ ਖਾਈ ਜਾਓਗੇ ਔਰ ਪੈਸੇ ਖਰਚ ਕਰੀ ਜਾਓਗੇ, ਜਦਕਿ ਟ੍ਰੀਟਮੈਂਟ ਇਹ ਹੈਗੀ ਹੈ। ਫਿਰ ਵੀ ਉਹ ਚੀਜ਼ ਨਹੀਂ ਬਣਦੀ ਜੋ ਨੈਚੁਰਲ ਚੀਜ਼ ਹੈ। ਅੱਛਾ, ਟ੍ਰੀਟ ਹੋਣ ਤੋਂ ਬਾਅਦ ਵੀ ਬੰਦੇ ਦੀ ਫਿਜ਼ੀਕਲ ਉਹ ਕੰਡੀਸ਼ਨ ਨਹੀਂ ਬਣ ਪਾਉਂਦੀ ਜੋ ਸਾਡੀ ਖੁਦਾ ਨੇ ਗੋਡ ਨੇ ਦਿੱਤੀ ਚੀਜ਼ ਹੈ। ਐਗਜ਼ੈਕਟਲੀ। ਤਾਂ ਬੈਟਰ ਇਹ ਹੈਗਾ ਕਿ ਜਿੰਨੀ ਜਲਦੀ ਇਹਨਾਂ ਨੂੰ ਤੁਸੀਂ ਮਤਲਬ ਜਬ ਜਾਗੇ ਤभी ਸਵੇਰਾ ਵਾਲੀ ਗੱਲ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਅਗਰ ਤੁਸੀਂ ਅਲਰਟ ਹੋ ਗਏ ਹੋ, ਤੁਹਾਨੂੰ ਪਤਾ ਚੱਲ ਗਿਆ ਕਿ ਤੁਹਾਡੇ ਪ੍ਰੋਫਾਈਲ ਸਹੀ ਨਹੀਂ ਆ ਰਹੀ, ਤਾਂ ਤੁਸੀਂ ਸਵੇਰੇ ਯੋਗਾ ਐਕਸਰਸਾइज करो। अगर स्ट्रेंथ ट्रेनिंग करना चाहते हो तो डायबिटीज़ वाले लिए मैं स्ट्रेंथ ट्रेनिंग भी ਜ਼ਰੂਰ ਰਿਕਮੈਂਡ ਕਰਦੀ ਹਾਂ, ਬਿਕੋਜ਼ ਉਹਨਾਂ ਲਈ ਬਾਡੀ ਦੀ ਮਸਲ ਮਾਸ ਸਾਡਾ ਹਰ ਡੈਕੇਡ ਦੇ ਵਿੱਚ 1 ਤੋਂ 2% ਸਾਡਾ ਮਸਲ ਮਾਸ ਡਿਕਰੀਜ਼ ਹੁੰਦਾ ਹੈ। ਤਾਂ ਉਹਨੂੰ ਬਿਲਡਅਪ ਕਰਨ ਦੇ ਲਈ ਸਾਡੇ ਲਈ ਵੇਟ ਟ੍ਰੇਨਿੰਗ, ਸਟਰੈਂਥ ਟ੍ਰੇਨਿੰਗ ਉਹ ਵੀ ਬਹੁਤ ਚੀਜ਼ਾਂ ਜ਼ਰੂਰੀ ਹੈ, ਚਾਹੇ ਹਫਤੇ 'ਚ 2-3 ਵਾਰੀ ਕੀਤੀਆਂ ਜਾਣ ਯੋਗਾ ਦੇ ਨਾਲ ਨਾਲ। ਪਲੱਸ ਪੋਸਟ ਮੀਲਸ ਵਾਕ, ਜਿੱਦਾਂ ਬ੍ਰੇਕਫਾਸਟ ਤੁਸੀਂ ਕਰ ਲਿੱਤਾ ਹੈਗਾ, ਛੋਟੇ ਛੋਟੇ ਮੀਲਸ ਲਵੋ। ਇੱਕੋ ਹੀ ਵੱਡੇ ਮੀਲ ਲੈਣ ਨਾਲ ਸਾਡੀ ਤਬੀਅਤ ਜਿਹੜੀ ਹੈਗੀ ਹੈ, ਸਾਡੀ ਮਤਲਬ ਬਾਡੀ ਦੇ ਉੱਤੇ ਜ਼ਿਆਦਾ ਉਸ ਚੀਜ਼ਾਂ ਦਾ ਡਾਈਜੈਸ਼ਨ ਦੇ ਉੱਤੇ ਇਫੈਕਟ ਪੈਂਦਾ ਹੈ, ਉਹੀ ਲੇਟਰ ਔਨ ਜਾ ਕੇ ਬਿਮਾਰੀਆਂ ਦਾ ਕਾਰਨ ਬਣਦੇ ਆ। ਤਾਂ ਬੈਟਰ ਇਹ ਹੈਗਾ ਕਿ ਤੁਸੀਂ ਛੋਟੇ ਛੋਟੇ ਮੀਲ ਲਓ, ਚਾਹੇ ਦਿਨ ਦੇ ਵਿੱਚ 8 ਮੀਲਸ ਲੈ ਲਓ, ਲੇਕਿਨ ਮੀਲਸ ਇੰਨੇ ਹੋਣੇ ਚਾਹੀਦੇ ਆ ਕਿ ਇੱਕ ਤਾਂ ਮਾਈਂਡਫੁਲ ਈਟਿੰਗ ਕਰੋ ਕਿ ਜਦੋਂ ਖਾ ਰਹੇ ਹੋ ਕੌਨਸ਼ੀਅਸ ਹੋ ਕੇ ਖਾਓ, ਮਲਟੀਟਾਸਕਿੰਗ ਨਹੀਂ ਕਰੋ, ਫੋਨ ਕਰਦੇ ਕਰਦੇ, ਲੈਪਟਾਪ ਚਲਾਉਂਦੇ ਚਲਾਉਂਦੇ ਜਾਂ 36 ਹੋਰ ਕੰਮ ਕਰਦੇ ਕਰਦੇ ਤੁਸੀਂ ਖਾਣਾ ਖਾ ਰਹੇ ਹੋ। ਇੱਕ ਟਾਈਮ ਦੇ ਉੱਤੇ ਇੱਕ ਕੰਮ ਕਰੋ, ਖਾਣੇ ਦੇ ਉੱਤੇ ਫੋਕਸ ਕਰੋ, ਠੀਕ ਹੈ। ਖਾਣਾ ਅੱਛੀ ਤਰੀਕੇ ਨਾਲ ਚਬਾ ਕੇ ਖਾਓ, ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਥੋੜੀ ਕੁਆਂਟੀਟੀ 'ਚ ਖਾਣਾ ਖਾ ਕੇ ਵੀ ਫੁੱਲ ਫੀਲ ਕਰੋਗੇ ਜਦੋਂ ਤੁਸੀਂ ਮਾਈਂਡਫੁਲ ਈਟਿੰਗ ਕਰਦੇ ਹੋ, ਆਪਣੇ ਪੰਜੋ ਸੈਂਸਸ ਯੂਜ਼ ਕਰਕੇ ਖਾਂਦੇ ਹੋ। ਉਸ ਤੋਂ ਬਾਅਦ ਪੋਸਟ ਮੀਲਸ ਵਾਕ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲਸ ਕਾਫੀ ਡਾਊਨ ਆ ਜਾਂਦਾ ਹੈ। तो हर खाने तो बाद कोशिश करो 5-10 मिनट की जो डायबिटिक है 10 मिनट की वॉक जरूर तो करना, मतलब जिन्नी बारी खाना खाना। हाँ जी, जो मेन मील्स खाए आ, हाँ जी, उस तो 2 मिनट रुक के खाना खा के उस तो बाद 10 मिनट ਲਈ वॉक ਜ਼ਰੂਰ ਕਰਨ। ਨੋਰਮਲ ਪੇਸ ਦੇ ਉੱਤੇ ਫਾਸਟ ਵॉक ਨਹੀਂ, ਲੇਕਿਨ 10-10 ਮਿੰਟ ਦੀ ਵॉक ਕਰਨ, ਉਹਦੇ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕਾਫੀ ਨਾਰਮਲ ਆਏਗਾ। ਪਲੱਸ ਜਿਹੜਾ ਹੈਗਾ ਕਾਰਬਸ ਦੀ ਅਗਰ ਮੈਂ ਗੱਲ ਕरूँ तो ਕੰਪਲੈਕਸ ਕਾਰਬਸ ਜਿਹੜੇ ਕਿ ਸਾਡੇ ਅੱਜ ਕੱਲ 2023 ਨਰਿੰਦਰ ਮੋਦੀ ਜੀ ਨੇ ਈਅਰ ਆਫ ਮਿਲਟਸ ਘੋਸ਼ਿਤ ਕੀਤਾ ਹੈ। तो ਮਿਲਟਸ ਜਿਹੜੇ ਕਿ ਫੋਰਗੋਟਨ ਮਿਲਟਸ ਹੋ ਗਏ ਸੀ, ਹੁਣ ਉਹ ਵਾਪਸ ਆਏ ਹੈ ਸਾਡੇ। ਮਿਲਟਸ ਕੀ ਚੀਜ਼ ਹੈ? ਮਿਲਟਸ ਬੇਸਿਕਲੀ ਮੋਟਾ ਅਨਾਜ ਹੈ, ਅਗਰ ਉਹਨੂੰ ਪੰਜਾਬੀ 'ਚ ਗੱਲ ਕਰੂੰ ਤਾਂ ਮੋਟਾ ਅਨਾਜ ਹੈ, ਜਿੱਦਾਂ ਬਾਜਰਾ ਹੈ, ਕੋਦਰਾ ਹੈ, बार्नयार्ड मिलेट है, जवार है, रागी है। ठीक है। तो ਇਹ ਕੁਝ ਮਿਲਟਸ ਹੈ, ਠੀਕ ਹੈ, ਜਿਨ੍ਹਾਂ ਨੂੰ ਕਿ ਈਜ਼ੀਲੀ ਅਵੇਲੇਬਲ ਹੈ ਹਰ ਸਟੋਰਸ ਦੇ ਉੱਤੇ, ਲੋਕਲ ਸਟੋਰਸ 'ਤੇ ਵੀ ਅਵੇਲੇਬਲ ਹੈ, ਅਮਾਜ਼ਨ ਵਗੈਰਾ 'ਤੇ ਵੀ ਅਵੇਲੇਬਲ ਹੈ। ਤੇ ਉਹਨਾਂ ਨੂੰ ਤੁਸੀਂ ਰੋਟੀ ਚਾਵਲਾਂ ਦੀ ਤਰ੍ਹਾਂ ਬਣਾ ਕੇ ਪਲੱਸ ਜਿਹੜੇ ਹੈਗੇ ਆ ਉਹਦੇ ਨਾਲ ਸਬਜ਼ੀ, ਦਾਲ, ਛੋਲੇ, ਰਾਜਮਾ, ਇੱਦਾਂ ਦਾ ਕੁਝ ਇਨਟੇਕ। ਪ੍ਰੋਟੀਨ ਬਹੁਤ ਘੱਟ ਹੈ ਸਾਡੀ ਡਾਈਟ ਦੇ ਵਿੱਚ, ਤਾਂ ਪ੍ਰੋਟੀਨ ਦਾ ਇਨਟੇਕ ਅੱਛੇ ਸੋਰਸਿਸ ਦੇ ਉੱਤੋਂ ਉਹ ਜ਼ਰੂਰ ਲੈਣਾ ਚਾਹੀਏ। ਤੀਜੀ ਜਿਹੜੀ ਚੀਜ਼ ਹੈਗੀ ਉਹ ਹੈਗਾ ਕਿ ਗੁੱਡ ਫੈਟਸ, मतलब ਸਾਨੂੰ ਆਇਲ ਫ੍ਰੀ ਕੁਕਿੰਗ ਕਰਨ ਦੀ ਜ਼ਰੂਰਤ ਨਹੀਂ ਹੈ, ਬਟ ਆਪਣੀ ਡਾਈਟ ਤੋਂ ਜਿੰਨੇ ਵੀ ਰਿਫਾਈਨਡ ਆਇਲਸ ਹੈ ਉਹਨਾਂ ਨੂੰ ਕੱਢਣ ਦੀ ਜ਼ਰੂਰਤ ਹੈ। ਜੀ। ਜੇ ਤੁਸੀਂ ਆਪਣਾ ਹਾਰਟ ਹੈਲਦੀ ਰੱਖਣਾ ਚਾਹੁੰਦੇ ਹੋ, ਮੋਟਾਪਾ ਘਟਾਉਣਾ ਚਾਹੁੰਦੇ ਹੋ, ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਗੁੱਡ ਫੈਟਸ ਲੈ ਕੇ ਆਓ। ਗੁੱਡ ਫੈਟਸ ਤੋਂ ਮੇਰਾ ਭਾਵ ਹੈ ਕਿ ਤੁਸੀਂ ਨਾਰੀਅਲ ਦਾ ਤੇਲ, ਸਰੋਂ ਦਾ ਤੇਲ, ਤਿਲਾਂ ਦਾ ਤੇਲ, ਉਸ ਤੋਂ ਇਲਾਵਾ ਤੁਸੀਂ ਦੇਸੀ ਘਿਓ ਜਾਂ ਘਰ ਦਾ ਬਣਿਆ ਹੋਇਆ ਮੱਖਣ, ਇਹ ਸਭ ਗੁੱਡ ਫੈਟਸ ਦੇ ਵਿੱਚ ਆਉਂਦੀਆਂ। ਇਸ ਤੋਂ ਇਲਾਵਾ ਨਟਸ ਹੈ, ਸੀਡਸ ਹੈ। ਦੇਸੀ ਘਿਓ ਤੋਂ ਮੈਂ ਇੱਕ ਗੱਲ ਆ ਗਈ ਮੇਰੇ ਦਿਮਾਗ 'ਚ ਡਾਕਟਰ ਸਾਹਿਬ, ਕਿ ਦੇਸੀ ਘਿਓ ਤੋਂ ਅੱਜ ਕੱਲ੍ਹ ਅਸੀਂ ਸਾਰੇ ਜੋ ਹੈ ਬਹੁਤ ਜ਼ਿਆਦਾ ਡਰਨ ਲੱਗ ਪਏ ਹਾਂ
ਕਿ ਦੇਸੀ ਘਿਓ ਖਾਵਾਂਗੇ ਤਾਂ ਹੋ ਸਕਦਾ ਸਾਡੇ ਹਾਰਟ ਡਿਸੀਜ਼ ਹੋ ਜਾਏ ਜਾਂ ਕੁਝ ਹੋ ਜਾਏ। ਕਿਤੇ ਨਾ ਕਿਤੇ ਕੌਨਸ਼ੀਅਸ ਤੇ ਹੈਗੇ ਹਾਂ ਅਸੀਂ ਕਿ ਸਾਨੂੰ ਆਇਲੀ ਫੂਡ ਜਿਹੜਾ ਉਹ ਨੁਕਸਾਨ ਪਹੁੰਚਾਉਂਦਾ ਹੈ, ਜਾਂ ਫਿਰ ਦੇਸੀ ਘਿਓ ਤੋਂ ਅਸੀਂ ਆਇਲੀ ਫੂਡ ਤੋਂ ਚਾਹੇ ਇੰਨਾ ਨਾ ਬਚੀਏ, ਲੇਕਿਨ ਦੇਸੀ ਘਿਓ ਯੂਜ਼ ਕਰਨਾ ਹੀ ਛੱਡ ਦਿੱਤਾ ਲੋਕਾਂ ਨੇ ਘਰਾਂ ਦੇ ਵਿੱਚ। ਤੇ ਕੀ ਇਹ ਸਹੀ ਹੈ ਜਾਂ ਇਹਦੇ ਬਾਰੇ ਥੋੜਾ ਜਿਹਾ ਮਿਸਕਨਸੈਪਸ਼ਨ ਹੈ? ਉਹ ਸਭ ਤੋਂ ਵੱਡੀ ਅਸੀਂ ਗਲਤੀ ਕੀਤੀ ਹੈ। ਜਦੋਂ ਅਸੀਂ ਦੇਸੀ ਘਿਓ ਨੂੰ ਆਪਣੀ ਡਾਈਟ ਚੋਂ ਕੱਢ ਦਿੱਤਾ, ਉਦੋਂ ਹੀ ਸਾਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋਈਆਂ, ਉਦੋਂ ਹੀ ਸਾਡਾ ਵਿਟਾਮਿਨ ਡੀ ਘਟਣਾ ਸ਼ੁਰੂ ਹੋਇਆ। ਔਰ ਵਿਟਾਮਿਨ ਡੀ ਘੱਟ ਮਤਲਬ ਕਿ ਸਾਰੀ ਬਿਮਾਰੀਆਂ ਦਾ ਬੁਲਾਵਾ। ਫਰਾਈਡ ਚੀਜ਼ਾਂ ਆਪਾਂ ਖਾ ਲੈਂਦੇ ਆ, ਦੂਸਰੇ ਐਗਜ਼ੈਕਟਲੀ ਜੋ ਚੀਜ਼, ਇਹ ਤੁਸੀਂ ਬਹੁਤ ਅੱਛਾ ਪੁਆਇੰਟ ਰਾਈਜ਼ ਕੀਤਾ, ਕਿਉਂਕਿ ਜੋ ਚੀਜ਼ਾਂ ਸਾਨੂੰ ਛੱਡਣੀਆਂ ਚਾਹੀਦੀਆਂ ਸੀ ਉਹ ਤਾਂ ਅਸੀਂ ਖਾਈ ਜਾ ਰਹੇ ਹਾਂ, ਔਰ ਜੋ ਸਾਨੂੰ ਖਾਣਾ ਚਾਹੀਦਾ ਸੀ, अक्सर आते हैं पेशेंट कि मैम देसी क्यों नहीं खाती मैं तो, और मैं बनाना नहीं खाती, ग्रेप्स नहीं खाती, मीठे फले फ्रूट्स, मैंगो नहीं खाना। बट दिस इज़ कंप्लीटली रबिश थिंग, क्योंकि देसी घ्यो सानू प्रोटेक्ट करता है सारी डिजीज़ दे विच, क्योंकि देसी घ्यो इज़ लोडेड विद विटामिन ए, डी, ई एंड के। और जब तक ये फैट सॉल्युबल विटामिन बॉडी च नहीं जाएंगे, साडा जिहड़ा हैगा नैचुरली बॉडी दे विच एब्जॉर्प्शन जिहड़ी बीमारियों तो बचन की शक्ति हैगी है ਉਹ ਆਟੋਮੈਟਿਕਲੀ ਡਿਕਰੀਜ਼ ਹੋਏਗੀ। ਤਾਂ ਦੇਸੀ ਘਿਓ ਜੋ ਅਸੀਂ ਟ੍ਰੈਡੀਸ਼ਨਲੀ ਖਾਣੇ 'ਚ ਯੂਜ਼ ਕਰਦੇ ਸੀ, ਹੋਮਮੇਡ ਦੇਸੀ ਘਿਓ ਜਾਂ ਦੇਸੀ ਗਾਂ ਦਾ ਘਿਓ, ਉਹ ਆਪਣੇ ਕੁਕਿੰਗ ਦੇ ਵਿੱਚ ਇਸਤੇਮਾਲ ਕਰੋ। ਔਰ ਖਾਸ ਕਰਕੇ ਉਹ ਲੇਡੀਜ਼ ਜਿਹੜਿਆਂ ਨੂੰ ਹਾਰਮੋਨਲ ਦੀ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਦੇਸੀ ਘਿਓ ਆਪਣੀ ਡਾਈਟ ਦੇ ਵਿੱਚ ਹਰ ਮੀਲ ਦੇ ਵਿੱਚ ਐਟਲੀਸਟ 1 स्पून जो है मैं ज़रूर रिकमेंड करती हूँ कि ज़रूर तो पान। ठीक है, तो देसी घियो ज़रूर तो खाना है। बाकी बादाम है, किशमिश है, अखरोट है, ਇਸ ਤੋਂ ਜਿਹਦੇ 'ਚ ਓਮੇਗਾ 3 ਹੁੰਦਾ, ਫਲੈਕਸ ਸੀਡਸ ਹੈ ਸਾਡੇ, ਅਲਸੀ ਹੈ, ਜਾਂ ਕਾਜੂ ਤੋਂ ਲੈ ਕੇ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਈਵਨ ਦੋ ਤੁਸੀਂ ਹਾਰਟ ਪੇਸ਼ੈਂਟ ਵੀ ਹੋ ਤਾਂ ਵੀ ਤੁਸੀਂ ਕਾਜੂ ਆਰਾਮ ਨਾਲ ਖਾ ਸਕਦੇ ਹੋ। ਬਟ ਕੁਆਂਟਿਟੀ ਕਿੰਨੀ ਖਾਣੀ ਹੈ, ਪੋਰਸ਼ਨ ਪਲੇਜ਼ ਵੈਰੀ ਇੰਪੋਰਟੈਂਟ ਰੋਲ। ਹਾਂ, तो 4 ਤੋਂ 5 ਕਾਜੂ ਜਿਹੜੇ ਹੈਗੇ ਉਹ ਡੇਲੀ ਖਾ ਸਕਦੇ ਹੋ, ਬਾਦਾਮ ਖਾ ਸਕਦੇ ਹੋ, ਬਦਲ ਕੇ ਆਪਣੇ ਖਾ ਸਕਦੇ ਹੋ। ਅੱਜ ਦੇ ਟਾਈਮ ਸਾਡੇ ਸੀਡਸ ਬਹੁਤ ਅਵੇਲੇਬਲ ਹੈ, ਜੈਸੇ ਪੰਪਕਿਨ, ਸਨਫਲਾਵਰ ਸੀਡਸ, ਬਹੁਤ ਥੋੜੇ ਅਮਾਊਂਟ ਦੇ ਵਿੱਚ ਖਾਣ ਦੀ ਜ਼ਰੂਰਤ ਹੈ। ਬਹੁਤ ਹੈਲਦੀ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਬਹੁਤ ਬਲਕ ਕੁਆਂਟਿਟੀ 'ਚ ਖਾਇਆ ਜਾਵੇ। ਥੋੜੀ ਕੁਆਂਟਿਟੀ 'ਚ ਅਸੀਂ ਅਗੇ ਡਾਈਟ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜੈਸੇ ਮੈਂ 6-7 ਮੀਲਸ ਦੱਸੇ ਹੈ, ਭੁੱਖ ਰੱਖ ਕੇ ਖਾਣਾ ਖਾਓ ਕਿ ਮੈਂ ਹਲੇ ਹੋਰ ਖਾ ਸਕਦਾ ਹਾਂ, ਬਸ ਉੱਥੇ ਸਟਾਪ ਕਰ ਦਿਓ। ਛੋਟੇ ਮੀਲ, ਥੋੜੀਆਂ ਚੀਜ਼ਾਂ ਦੇ, ਜੈਸੇ 2 ਤੋਂ 3 ਅਖਰੋਟ ਖਾ ਲਿੱਤੇ ਇੱਕ ਟਾਈਮ ਦੇ ਵਿੱਚ, ਫਿਰ ਕਦੀ ਇੱਕ ਫਰੂਟ ਖਾ ਲਿੱਤਾ, ਕਿਤੇ ਇੱਕ ਲੱਸੀ ਦਾ ਗਲਾਸ ਪੀ ਲਿੱਤਾ, ਕਿਤੇ ਥੋੜਾ ਜਿਹਾ ਪਨੀਰ ਜਾਂ ਟੋਫੂ ਪਨੀਰ ਹੈ ਉਹ ਤੁਸੀਂ ਖਾ ਸਕਦੇ ਹੋ। ਮਤਲਬ ਕਹਿੰਦਾ ਇਹ ਹੈ ਕਿ ਛੋਟੇ ਮੀਲਸ ਸਾਰਾ ਦਿਨ ਡਿਵਾਈਡ ਕਰੋ, ਉਹ ਤੁਹਾਨੂੰ ਥਰੂ ਆਊਟ ਦਾ ਡੇ એનર્ਜੀ ਵੀ ਦੇਣਗੇ। ਹਾਂ, ਔਰ ਤੁਸੀਂ ਮਹਿਸੂਸ ਕਰੋਗੇ ਜੇ ਤੁਸੀਂ ਸਟੂਡੈਂਟ ਹੈ ਤਾਂ ਤੁਹਾਡੀ ਪੜ੍ਹਾਈ ਦੇ ਵਿੱਚ ਇਹਦੀ ਪਰਫਾਰਮੈਂਸ ਇੰਪਰੂਵ ਹੋਈ ਹੈ। ਜੇ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ 'ਚ ਕੰਮ ਕਰ ਰਹੇ ਹੋ ਤਾਂ ਵੀ ਤੁਸੀਂ ਦੇਖੋਗੇ ਕਿ ਤੁਹਾਡੀ ਇੰਪਰੂਵ ਹੋਈ ਹੈ। ਜਦੋਂ ਤੁਸੀਂ ਥਰੂ ਆਊਟ ਦਾ ਡੇ ਤੁਹਾਨੂੰ ਸਸਟੇਨੇਬਲ એનર્ਜੀ ਮਿਲ ਰਹੀ ਹੈ ਥਰੂ ਆਊਟ ਦਾ ਡੇ। ਠੀਕ ਹੈ, ਹਾਂਜੀ। ਸੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਤੇ ਅਸੀਂ ਦੇਖਣਾ ਹੈ ਕਿ ਸਾਡਾ ਲਾਈਫ ਸਟਾਈਲ ਸਹੀ ਹੋਵੇ, ਸਹੀ ਸਮੇਂ 'ਤੇ ਅਸੀਂ ਸੋਈਏ, ਸਹੀ ਸਮੇਂ 'ਤੇ ਉੱਠੀਏ, ਆਪਣੀ ਸਿਹਤ ਨੂੰ ਪ੍ਰੋਪਰ ਟਾਈਮ ਦਈਏ, ਐਕਸਰਸਾਈਜ਼ ਕਰੀਏ, ਠੀਕ ਹੈ, ਔਰ ਸਿਹਤ ਨੂੰ ਸੁਧਾਰਨ ਲਈ ਥੋੜਾ ਵੇਟ ਵੀ ਕਰੀਏ ਕਿ ਜਿੱਦਾਂ 2 ਦਿਨ 4 ਦਿਨ 6 ਦਿਨ 8 ਦਿਨ ਜਾਂ ਹਫਤਾ ਐਕਸਰਸਾਈਜ਼ ਕਰਕੇ ਅਸੀਂ ਫੀਲ ਕਰਦੇ ਹਾਂ ਕਿ ਸਾਨੂੰ ਰਿਜ਼ਲਟ ਆ ਜਾਵੇ। ਹੋ ਸਕਦਾ ਸਾਡਾ ਜਿਹੜੀ ਫਿਜ਼ੀਕਲ ਕੰਡੀਸ਼ਨ ਜੋ ਹੈ ਜ਼ਿਆਦਾ ਵਿਗੜੀ ਹੋਈ ਹੈ ਤੇ ਇਸ ਕਰਕੇ ਉਹਨੂੰ ਥੋੜਾ ਟਾਈਮ ਲੱਗ ਸਕਦਾ ਇੰਪਰੂਵ ਹੋਣ 'ਚ। ਸੋ ਆਪਾਂ ਥੋੜਾ ਪੇਸ਼ੈਂਸ ਰੱਖਣੀ ਔਰ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਵਧੀਆ ਜੀਵਨ ਸ਼ੈਲੀ ਅਪਣਾ ਕੇ ਅੱਗੇ ਲੈ ਕੇ ਜਾਣਾ। ਤੇ ਨਾਲ ਦੀ ਨਾਲ ਜੋ ਹੈ ਖਾਣ ਪੀਣ ਦਾ ਖਾਸ ਧਿਆਨ ਰੱਖਣਾ। ਡਾਕਟਰ ਨੇ ਦੱਸਿਆ ਕਿ ਸਾਨੂੰ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਅਸੀਂ ਕਦੀ ਜੋ ਹੈ ਖਾਣ ਪੀਣ 'ਤੇ ਬਿਲਕੁਲ ਧਿਆਨ ਨਹੀਂ ਦਿੰਦੇ, ਔਰ ਖਾਣ ਪੀਣ ਦੇ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਉਹ ਅਸੀਂ ਖਾਂਦੇ ਰਹਿੰਦੇ ਹਾਂ, ਅਤੇ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਉਹ ਅਸੀਂ ਨਹੀਂ ਖਾਂਦੇ। ਤੇ ਡਾਕਟਰ ਸਾਹਿਬ ਨੇ ਬੜਾ ਕਲੀਅਰ ਦੱਸਿਆ, ਕਿਉਂਕਿ ਉਹ ਡਾਇਟੀਸ਼ੀਅਨ ਹੈ, ਉਹਨਾਂ ਨੂੰ ਪਤਾ ਹੈ ਕਿ ਸਾਡੀ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸੋ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਿਹਾ, ਜਿਵੇਂ ਦੇਸੀ ਘਿਓ ਦੀ ਇੱਕ ਲੋਕਾਂ ਦੇ ਮਨ ਦੇ ਵਿੱਚ ਇੱਕ ਸੀਗਾ ਕਿ ਦੇਸੀ ਘਿਓ ਸਾਨੂੰ ਜਿਹੜਾ ਹਾਰਟ ਡਿਸੀਜ਼ ਦੇ ਵੱਲ ਨੂੰ ਲੈ ਕੇ ਜਾਂਦਾ, ਅਤੇ ਦੇਸੀ ਘਿਓ ਦੇ ਵਿੱਚ ਜੋ ਉਹਨਾਂ ਨੇ ਦੱਸਿਆ ਕਿ ਇੱਦਾਂ ਦੇ ਨਿਊਟ੍ਰੀਸ਼ਨਸ ਜਿਹੜੇ ਹੈਗੇ ਆ, ਤੱਤ ਹੈਗੇ ਆ ਜਿਹੜੇ ਸਾਨੂੰ ਇੱਕ ਅੱਛੀ ਸਿਹਤ ਜਿਹੜੀ ਉਹ ਦੇ ਸਕਦੇ ਆ। ਸੋ ਆਪਣੀ ਡਾਈਟ ਵਿੱਚ ਦੇਸੀ ਘਿਓ ਨੂੰ ਐਡ ਕਰਨਾ ਹੈ, ਔਰ ਉਹਦੇ ਨਾਲ ਜਿਹੜੇ ਅਸੀਂ ਆਇਲ ਇਸਤੇਮਾਲ ਕਰਦੇ ਉਹਨਾਂ ਨੂੰ ਐਲੀਮੀਨੇਟ ਕਰਨਾ ਹੈ। ਯਾਨੀ ਕੋਸ਼ਿਸ਼ ਕਰੋ ਕਿ ਚੰਗੀਆਂ ਚੀਜ਼ਾਂ ਨੂੰ ਅਸੀਂ ਅਪਣਾਈਏ ਅਤੇ ਮਾੜੀਆਂ ਚੀਜ਼ਾਂ ਨੂੰ ਅਸੀਂ ਕੱਢੀਏ। ਲੇਕਿਨ ਇਹ ਤਾਂ ਹੀ ਹੋ ਸਕਦਾ ਜਦ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਹੈ। ਤੋ ਇਸੇ ਲਈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਕਰਕੇ ਸਾਡੇ ਡਾਇਟੀਸ਼ੀਅਨ, ਸਾਡੇ ਡਾਕਟਰ ਸਾਹਿਬ ਨੂੰ ਬੁਲਾਇਆ, ਜਿਹੜਾ ਕਿ ਸਾਨੂੰ ਮੈਡਮ ਦੱਸਣਗੇ ਕਿ ਕਿਸ ਤਰੀਕੇ ਦੀ ਡਾਈਟ ਹੋਣੀ ਚਾਹੀਦੀ, ਕਿਸ ਤਰ੍ਹਾਂ ਦਾ ਸਾਡੀ ਜੀਵਨ ਸ਼ੈਲੀ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਇਸੇ ਐਪੀਸੋਡ ਦੇ ਵਿੱਚ ਇਹ ਸਾਡੇ ਨਾਲ ਅੱਗੇ ਵੀ ਚੱਲਦੇ ਰਹਿਣਗੇ। ਇਸੇ ਤਰ੍ਹਾਂ ਅਸੀਂ ਹਮੇਸ਼ਾ ਜਦੋਂ ਵੀ ਮੌਕਾ ਮਿਲਿਆ, ਜਦੋਂ ਡਾਕਟਰ ਸਾਹਿਬ ਫ੍ਰੀ ਹੁੰਦੇ ਆ, ਅਤੇ ਅਸੀਂ ਇਹਨਾਂ ਨੂੰ ਬੁਲਾ ਸਕਦੇ ਹਾਂ ਅਤੇ ਤੁਹਾਡੇ ਨਾਲ ਰੂਬਰੂ ਕਰਾ ਕੇ
ਕਈ ਸਾਰੀਆਂ ਬਿਮਾਰੀਆਂ ਔਰ ਕਈ ਸਾਰੀਆਂ ਪਰੇਸ਼ਾਨੀਆਂ ਦੇ ਹੱਲ ਲੱਭ ਸਕਦੇ ਹਾਂ। ਤੇ ਡਾਕਟਰ ਸਾਹਿਬ ਇੱਕ ਵਾਰੀ ਫਿਰ ਤੋਂ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਸ਼ੂਗਰ ਜੋ ਕਿ ਅੱਜ ਖਾਸ ਵੱਡਾ ਮੁੱਦਾ ਬਣਿਆ, ਸਾਡਾ ਵੱਡਾ ਮਸਲਾ ਬਣਿਆ ਸਾਡੀ ਲਾਈਫ ਦੇ ਵਿੱਚ, ਕਿ ਜਿੱਤੋਂ ਤਕਰੀਬਨ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਜਿਹੜੇ ਲੋਕ ਆ ਉਹ ਪਰੇਸ਼ਾਨ ਆ, ਤੇ ਸ਼ੂਗਰ ਨੂੰ ਤੁਸੀਂ ਥੋੜਾ ਜਿਹਾ ਕਲੀਅਰ ਕਰਕੇ ਦੱਸੋ ਵੀ ਕਿਸ ਤਰ੍ਹਾਂ ਇਸ ਤੋਂ ਬਚਿਆ ਜਾਵੇ ਤੇ ਕਿੱਦਾਂ ਜੇ ਹੋ ਗਈ ਹੈ ਤੇ ਇਹਦੇ ਤੇ ਇਹ ਤੋਂ ਨਿਜਾਤ ਪਾਉਣ ਦੀਆਂ ਕੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ? ਬਿਲਕੁਲ ਸ਼ੂਗਰ ਜਿਹੜੀ ਹੈ ਇੰਡੀਆ ਜਿਹੜਾ ਹੈ ਉਹ ਕੈਪੀਟਲ ਬਣ ਗਿਆ ਡਾਇਬੀਟੀਜ਼ ਦਾ ਜੀ, ਠੀਕ ਹੈ। ਔਰ ਪਿੱਛੇ ਹੀ WHO ਦੀ ਨਿਊਜ਼ ਸੀ ਕਿ ਮੋਰ ਦੈਨ 40% ਸਪਾਈਕ ਕੀਤਾ ਹੈ ਡਾਇਬੀਟੀਜ਼ ਪੇਸ਼ੈਂਟਸ ਦਾ। तो ਡਾਇਬੀਟੀਜ਼ ਮਤਲਬ ਮੈਨੂੰ ਨਹੀਂ ਲੱਗਦਾ ਕਿ ਹਰ ਘਰ ਦੇ ਵਿੱਚ ਕੋਈ ਘਰ ਐਸਾ ਹੋਏਗਾ ਜਿੱਥੇ ਡਾਇਬੀਟੀਜ਼ ਦਾ ਮਰੀਜ਼ ਨਹੀਂ ਹੈਗਾ। और डायबिटीज़ कोई डिजीज़ नहीं है, इट इज़ अ कम्प्लीटली लाइफस्टाइल डिसऑर्डर। खास करके मैं टाइप 2 की गल करा तो ठीक है। डायबिटीज़ जी 2 टाइप्स की होंगी है, इंसुलिन डिपेंडेंट डायबिटीज़ दैट इज़ टाइप 1 डायबिटीज़, और नॉर्मली पैदाइशी बच्चों नूं होंदी है या पैदा होने ते तुहाडे पैनक्रियाज दे विच कुछ डिसऑर्डर है उहदी वजह करके होंदी है। लेकिन जी टाइप 2 डायबिटीज़ हैगी है जी कि नॉन इंसुलिन डिपेंडेंट डायबिटीज़ हैगी है, ओहदा मेजर रीजन साडा लाइफस्टाइल हैगा। पहले तो ये वाली जी डिजीज़ है 40 तो बाद यदि ऑनसैट सीगा कि 40s तो बाद ये डिजीज़ होंदी है। पहला मैं कुछ एक रीजन दसना चाहती हाँ कि किन्ना रीजना करके किन्ना नू डायबिटीज़ होंदी है। तो सब तो पहला तो मेजर रीजन हैगा दैट इज़ हैरिडिटी। हैरिडिटी तो मेरा भाव हैगा कि अगर तुहाडे माँ बाप, अगर तुहाडे मम्मा और पापा, तुहाडे मदर और फादर दोनों नू डायबिटीज़ है और तुहाडा अपना लाइफस्टाइल भी सही नहीं है तो तुसी 100% इस चीज़ लिए रेडी रहो कि तुहानू डायबिटीज़ कभी भी हो सकती है। और अगर तुसी हुण तक अपना टेस्ट नहीं कराया है तो तुसी ज़रूर कराओ, 99% चांसेस है कि तुहानू डायबिटीज़ होवे, पहली चीज़। दूसरी चीज़ हैगी है जेनेटिकली, तो मेरा भाव ये हैगा कि तुहाडे ग्रैंड पेरेंट्स, ग्रेट ग्रैंड पेरेंट्स उन्हां चों कोई ना कोई डायबिटीज़ दा अगर अफेक्टेड सीगा और वो तुहाडे जीन्स दे विच ही हैगी है। तो ओरे तो लेकिन जीन्स दे विच भी जदों होवे ओरे तो भी मैं अगे जाके दसदी हां तुहानू कि जीन्स वाली डायबिटीज़ तो भी असीं प्रिवेंट कर सकते हैं, ठीक है, जे असी अपना हैल्दी लाइफस्टाइल और अपने आस पास जिहड़ियां चीज़ां हैं, माहौल है, उन्होंने एक प्योरिटी फॉर्म दे विच नैचुरल तरीके नाल लीड करते हैं तो असी भी उन्होंने भी बच सकते हैं। तो फर्स्ट रीजन तो है कि जेनेटिक डिसऑर्डर है। दूसरा जिहड़ा मेजर रीजन हैगा दैट इज़ ओबेसिटी। अगर तो ओवरवेट हो, अगर तुहाडी हिप टू वेस्ट रेशो ज़्यादा आ रही हैगी, दैट इज़ द राइट फार्मूला टू कैलकुलेट कि आप तुसी कितना डिजीज़ के प्रति तुहाडी बॉडी है रिस्पॉन्सिबल डिजीज़ के लिए। तो वो अगर नॉर्मल रेंज के अंदर नहीं है, तुसी ओबीज़ हो तो भी तुहानू श्योर है कि तुहानू डायबिटीज़ होनी है। तीसरा जिहड़ा इंपॉर्टेंट रीजन हैगा वो हैगा तुहाडा कि कई बारी प्रेगनेंसी के दौरान उन्होंने गेस्टेशनल डायबिटीज़ कहते हैं, तो ड्यूरिंग प्रेगनेंसी भी डायबिटीज़ हो जाती है और 90% उन्हां ही लेडीज़ नू प्रेगनेंसी के दौरान डायबिटीज़ होने का खतरा रहता है, या तो जिन्हां दे जेनेटिकली सीगी एक रीजन, या जिन्हां दा मोटापा सीगा, या जिन्हां दा अनहेल्दी लाइफस्टाइल सीगा, तो उन्होंने ही ड्यूरिंग प्रेगनेंसी भी ये चीज़ रही है। तो तुसी ये चीज़ देख लो कि हुण तुसी अगर नहीं कल्प्रिट बनना कि अगे होने वाले बच्चे लिए भी रिस्पॉन्सिबल होना तो तुहानू कितना अपना जरूरी है खान पीन का ध्यान रखने लिए। तो यह 3 मेजर रीजन प्लस एज का फार्मूला मैनू लग रहा हुण अज दे टाइम च देखते हुए कि वो फार्मूला गलत हो गया जो असी पहला पढ़ते थे कि 40s की एज तो बाद डायबिटीज़ होने का खतरा की एज है। लेकिन हुण 20s 13 14 20s इन्हां एज दे विच भी यंगस्टर्स नू भी डायबिटीज़ हो रही है। तो एज कोई मैटर मैनू लग रहा कि नहीं रह रहा हैगा। दूसरी जिहड़ी चीज़ हैगी है वो ये हैगी है कि तुसी जिहड़ा तुहाडा खान पीन हैगा, भले तुहाडा वेट नॉर्मल आ रहा, तुसी अगर अनहेल्दी लाइफस्टाइल जी रहे हो, बहुत ज़्यादा जंक स्टफ है, बहुत ज़्यादा स्ट्रेस है, ठीक है, तो वो तुहानू कुछ पैरामीटर्स पहले तुहाडे नॉट कन्फर्मडली आएगा बट प्री डायबिटीज़ आ जाएगा, कुछ आ जाएगा जो इंडिकेट कर देंगे कि तुहानू आने वाले टाइम दे विच डायबिटीज़ हो सकती है। तो यह कुछ एक रीजन दसे जिन्हां करके सानू डायबिटीज़ हो सकती है। दूसरा मैं तुहानू कारण दसना चाहूँगी कि सिम्पटम्स की है, क्योंकि डायबिटीज़ पता कितना लगे, हाँ जी, क्योंकि डायबिटीज़ 90% लोग अपना चेक ही नहीं कराते हैं और या नॉर्मल चेक करा लेंगे हैं रूटीन लेवल के उत्ते, फास्टिंग करा लीता, मेरी फास्टिंग तो बिल्कुल ठीक आ रही सी, या मेरा खाना खा के मैं अद्दे किते भी क्लीनिक ते गए और तुसी चेक कराई मेरी ठीक आ रही है। लेकिन वो अगर सपोज कर लो कि कल तुसी ठीक ठाक खादा है या कल थोड़ा जिहा तुसी एक्टिव रहे हो और तुसी अगले दिन कराई है तो 90% अगर तुहानू प्री डायबिटीज़ होएगी भी तो वो नहीं आएगी, वो ठीक ही आएगी। सो बैटर ये हैगा कि 3 months टेस्ट दैट इज़ HbA1c वो टेस्ट कराना बहुत ज़रूरी है। और तो तुहाडी एग्जैक्ट दसेगी, जिद्दां कि मैं पहला दसिया अगर 5.7 तो ऊपर आ गया है तो इट मीनस कि तुसी डायबिटिक हो सकते हो फ्यूचर च कभी भी, यू आर प्री डायबिटीज़ और तुसी ओहदे लई अलर्ट हो जाओ और अपनी दिनचर्या चेंज करन लग जाओ।
ਅਗਲਾ ਜਿਹੜਾ ਰੀਜ਼ਨ ਹੈਗਾ ਕਿ ਹਾਂ ਅਗਲਾ ਰੀਜ਼ਨ ਕਿ ਤੁਹਾਨੂੰ ਸਿੰਪਟਮਸ ਕਿਹੜੇ ਆਣਗੇ ਬਾਡੀ ਦੇ ਵਿੱਚ ਕਿ ਤੁਸੀਂ ਤੁਹਾਨੂੰ ਹੈ ਸਭ ਤੋਂ ਇੰਪੋਰਟੈਂਟ ਤਾਂ ਹੈ ਕਿ ਤੁਹਾਨੂੰ ਪਿਆਸ ਜ਼ਿਆਦਾ ਲੱਗਦੀ ਹੈ। ਜੇ ਤੁਹਾਨੂੰ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਬਹੁਤ ਜ਼ਿਆਦਾ ਦਿਨ 'ਚ ਪਿਆਸ ਲੱਗ ਰਹੀ ਹੈ ਤਾਂ ਤੁਸੀਂ ਆਪਣਾ ਸ਼ੂਗਰ ਲੈਵਲ ਜ਼ਰੂਰ ਚੈੱਕ ਕਰਵਾਓ। ਦੂਸਰਾ ਚੀਜ਼ ਹੈ ਕਿ ਜੇ ਤੁਹਾਨੂੰ ਬਾਰ-ਬਾਰ ਯੂ ਵਾਂਟ ਟੂ ਗੋ ਫॉर ਯੂਰੀਨੇਸ਼ਨ, ਤੁਹਾਨੂੰ ਬਾਰ-ਬਾਰ ਬਾਥਰੂਮ ਜਾਣ ਦੀ ਇੱਛਾ ਹੋ ਰਹੀ ਹੈ, ਪਹਿਲਾਂ ਨਹੀਂ ਸੀ ਲੇਕਿਨ ਹੁਣ ਜ਼ਿਆਦਾ ਹੋ ਰਹੀ ਹੈ, ਕੁਝ ਚੇਂਜ ਆਇਆ, ਹਾਂਜੀ, तो भी हो सकता है, पॉसिबिलिटी है। ज़्यादा केसेस ਦੇ ਵਿੱਚ ਕਈ ਵਾਰੀ ਸ਼ੂਗਰ ਵੱਧ ਜਾਂਦੀ ਹੈ ਤਾਂ ਥਰੂ ਯੂਰਿਨ ਵੀ ਸ਼ੂਗਰ ਆਣਾ ਸ਼ੁਰੂ ਹੋ ਜਾਂਦੀ ਹੈ, ਠੀਕ ਹੈ, ਦੈਟ ਇਜ਼ ਗਲਾਈਕੋਸੂਰੀਆ, ਉਹ ਅਲੱਗ ਚੀਜ਼ ਹੈ। ਉਸ ਤੋਂ ਬਾਅਦ ਹੈ ਕਿ ਜੇ ਤੁਹਾਨੂੰ ਭੁੱਖ ਜ਼ਿਆਦਾ ਲੱਗ ਰਹੀ ਹੈ, ਜ਼ਰੂਰਤ ਤੋਂ ਜ਼ਿਆਦਾ ਤੁਸੀਂ ਖਾਣਾ ਖਾਦਾ ਫਿਰ ਤੁਹਾਨੂੰ ਭੁੱਖ ਲੱਗੀ ਜਾ ਰਹੀ ਹੈ, ਬਟ ਤੁਹਾਡੀ ਬਾਡੀ ਇੰਨਾ ਜ਼ਿਆਦਾ એનર્ਜੈਟਿਕ ਫੀਲ ਨਹੀਂ ਕਰ ਰਹੀ ਇਨ ਸਪਾਈਟ ਆਫ ਈਟਿੰਗ ਸੋ ਮਚ ਫੂਡ, तो ਉਹ ਵੀ ਇੱਕ ਰੀਜ਼ਨ ਹੋ ਸਕਦਾ, ਉਹ ਵੀ ਇੱਕ ਸਿੰਪਟਮ ਹੈ ਸਾਡਾ ਕਿ ਸਾਨੂੰ ਡਾਇਬੀਟੀਜ਼ ਹੋ ਸਕਦੀ ਹੈਗੀ ਟਾਈਪ 2, ਤਾਂ ਵੀ ਤੁਸੀਂ ਆਪਣੀ ਸ਼ੂਗਰ ਚੈੱਕ ਕਰਾ ਸਕਦੇ ਹੈਗੇ ਹੋ। ਚੌਥਾ ਔਰ ਅਗਲਾ ਰੀਜ਼ਨ ਹੈ ਕਿ ਤੁਸੀਂ ਬਹੁਤ ਜ਼ਿਆਦਾ ਲੋ ਔਰ ਫਟੀਗ ਫੀਲ ਕਰ ਰਹੇ ਹੋ, ਮਤਲਬ ਜਿੱਦਾਂ ਮੈਂ ਦੱਸਿਆ ਕਿ ਖਾਣਾ ਜ਼ਿਆਦਾ ਖਾ ਰਹੇ ਹੋ, ਪਾਣੀ ਜ਼ਿਆਦਾ ਪੀ ਰਹੇ ਹੋ, ਬਾਰ-ਬਾਰ ਬਾਥਰੂਮ ਜਾ ਰਹੇ ਹੋ, ਬਟ ਫਿਰ ਵੀ ਤੁਸੀਂ ਲੋ ਫੀਲ ਕਰ ਰਹੇ ਹੋ, ਤਾਂ ਵੀ ਹੋ ਸਕਦਾ ਪੋਸੀਬਿਲਿਟੀ ਕਿ ਤੁਹਾਨੂੰ ਡਾਇਬੀਟੀਜ਼ ਹੋਵੇ। ਤਾਂ ਬੈਟਰ ਇਹ ਹੈਗਾ ਕਿ ਤੁਸੀਂ ਜੋ ਕੁਝ ਵੀ ਇਹਨਾਂ 'ਚੋਂ ਸਿੰਪਟਮਸ ਆ ਰਹੇ ਹੈ ਔਰ ਪਲੱਸ ਤੁਹਾਡਾ ਜੇ ਜੈਨੇਟਿਕਲੀ ਹੈ ਤਾਂ ਵੀ ਤੁਸੀਂ ਅਲਰਟ ਤਾਂ ਹੋ ਹੀ ਜਾਓ ਵੀ ਉਹ ਵੀ ਇੱਕ ਸਿੰਪਟਮ ਹੈਗਾ ਸੀ ਕਿ ਮੇਰੇ ਪੇਰੈਂਟਸ ਨੂੰ ਹੈਗੀ ਮਤਲਬ ਹੈ, ਸਾਨੂੰ ਕੁਝ ਇਹ ਹੈ ਸੋਚ ਕੇ ਚੱਲਣਾ ਚਾਹੀਦਾ ਕਿ ਸਾਡੇ ਮਾਪੇ ਦੇ ਪਿੱਛੋਂ ਚੱਲਦਾ ਆ ਰਿਹਾ ਹੈ, ਜੈਨੇਟਿਕਲੀ ਹੈ, ਤੇ ਸਾਨੂੰ ਉਹ ਕੰਡੀਸ਼ਨ ਵਿਗੜ ਨਾ ਜਾਵੇ, ਸਾਨੂੰ ਮਤਲਬ ਕਿ ਵੇਟ ਨਹੀਂ ਕਰਨੀ ਚਾਹੀਦੀ ਕਿ ਸਾਡੀ ਕੰਡੀਸ਼ਨ ਵਿਗੜੇ, ਸਾਨੂੰ ਆਪਣਾ ਲਾਈਫ ਸਟਾਈਲ ਫਰੋਮ ਦ ਡੇ ਫਸਟ ਹੀ ਸ਼ੁਰੂ ਕਰ ਲੈਣਾ ਚਾਹੀਦਾ। ਔਰ ਇਹ ਬਹੁਤ ਹੀ ਜ਼ਿਆਦਾ ਇੱਕ ਦੁੱਖ ਦੀ ਗੱਲ ਹੈਗੀ ਹੈ ਕਿ ਸਾਡੇ ਇੰਡੀਆ ਦੇ ਵਿੱਚ ਖਾਸ ਕਰਕੇ ਲੋਕ ਰੂਟੀਨ ਟੈਸਟ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦਿੰਦੇ ਨਹੀਂ, ਅੰਟਿਲ ਅਨਲੈਸ ਕਿ ਜਦੋਂ ਕਹਿੰਦਾ ਕਿ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਰਹੀ, ਉਹ ਇਦਾਂ ਵੀ ਹੋ ਜਾਂਦਾ ਜੀ, ਲੋਕ ਕਹਿੰਦੇ ਕਿ ਜੀ ਐਵੇਂ ਟੈਸਟ ਕਰਾ ਲੈ ਤਾਂ ਵਹਿਮ ਪੈ ਜਾਏਗਾ। ਹਾਂ, ਜਦਕਿ ਵਹਿਮ ਨਹੀਂ ਹੈ, ਅਗਰ ਟਾਈਮਲੀ ਡਾਇਗਨੋਸਿਸ ਹੋ ਜਾਏਗਾ ਕਿਸੇ ਚੀਜ਼ ਦਾ ਤਾਂ ਕਹਿੰਦੇ ਨਾ ਕਿ ਅਗਰ ਟਾਈਮ ਸਿਰ ਕਿਸੇ ਚੀਜ਼ ਦਾ ਪਤਾ ਚੱਲ ਗਿਆ ਤਾਂ ਤੁਸੀਂ ਉਹਨੂੰ ਜਲਦੀ ਕਿਉਰ ਕਰ ਸਕਦੇ ਹੋ। तो बेटर ये हैगा कि तुसी टाइम सिर अपना डायग्नोसिस चाहे वो अल्ट्रासाउंड है चाहे ब्लड टेस्ट है वो जरूर कराओ। और इस दे नाल मैं हाइपरटेंशन बारे भी थोड़ा जिहा दसना चाहूँगी कि हाइपरटेंशन ब्लड प्रेशर नूं भी साइलेंट किलर मानते हैं जी जी, तो ये दोनों ही रीजन हो रहे हैं किडनी डैमेज हो जाता, ताही तुसी देख रहे इन्ने लोग आजकल डायलिसिस दे लई जा रहे हैं, रीजन की हैगा डायबिटीज़ और ब्लड प्रेशर। सो अगर तुहाडा सिर दर्द हो रहा है, तुहाडी अखां भारीआं हो रही या तुहानूं थोड़ा बहुत भी दिमाग दे उत्ते स्ट्रैस लग रहा है, तुहाडी स्ट्रैस करन दी प्रवृत्ति भी हैगी है, तो तुसी अपना थोड़ा बहुत बीपी मॉनिटर जरूर तो करो, ठीक है, तो अपनी हार्ट बीट वगैरह ਉਹਦੇ ਨਾਲ ਜਿਹੜਾ ਤੁਹਾਡੀ ਚੈੱਕ ਕਰਵਾਓ। ਅੱਜ ਕੱਲ ਡਿਜੀਟਲ ਵੀ ਅਵੇਲੇਬਲ ਹੈਗੇ ਆ, ਤੁਸੀਂ ਘਰ 'ਚ ਵੀ ਰੱਖ ਸਕਦੇ ਹੋ, ਤਾਂ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਹੋ। ਦੂਸਰੀ ਜਿਹੜੀ ਚੀਜ਼ ਆਪਾਂ ਡਾਇਬੀਟੀਜ਼ ਬਾਰੇ ਡਿਸਕਸ ਕਰਨੀ ਆ ਕਿ ਹੁਣ ਅਗਰ ਪਤਾ ਚੱਲ ਗਿਆ ਕਿ ਹੋ ਗਈ प्री डायबिटीज़ होगी, पहला मेरी थोड़ी जी कॉम्प्लिकेशंस भी दस दूँ क्योंकि डरना भी बहुत ज़रूरी हैगा साडे लिए, ठीक है। सो अगर तुसी डायबिटिक हो गए हो और तुहानू 10-15 साल तो डायबिटीज़ है और स्टिल इट इज़ नॉट कंट्रोल्ड, तो सब तो पहला ये तुहाडे हार्ट हैल्थ दे उत्ते, ਤੁਹਾਡੇ ਆਈਜ਼ ਦੇ ਉੱਤੇ ਜਿਹਨੂੰ ਕਿ ਰੈਟੀਨੋਪੈਥ ਜਿਹੜਾ ਤੁਹਾਡਾ ਰੈਟੀਨਾ ਹੈ ਖਰਾਬ ਹੋ ਜਾਂਦਾ, ਤੁਹਾਡੀਆਂ ਆਈਜ਼ ਬਲਾਈਂਡ ਹੋ ਸਕਦੀਆਂ। ਉਸ ਤੋਂ ਇਲਾਵਾ ਤੁਹਾਡੀਆਂ ਕਿਡਨੀਜ਼ ਡੈਮੇਜ ਬਹੁਤ ਜ਼ਿਆਦਾ ਰੂਟ ਕਾਜ਼ ਹੈਗਾ। ਅਗਰ ਤੁਹਾਨੂੰ ਡਾਇਬੀਟੀਜ਼ ਹੈ ਔਰ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਤਾਂ ਤੁਹਾਡੀ ਕਿਡਨੀਜ਼ ਦੇ ਉੱਤੇ ਲੇਟਰ ਸੂਨਰ ਇਫੈਕਟ ਆਣਾ ਹੀ ਆਣਾ ਹੈ। ਤਾਂ ਕਿਡਨੀਜ਼ ਤੁਹਾਡੀਆਂ ਇਫੈਕਟਡ ਹੋ ਸਕਦੀਆਂ ਜਿਹਦੇ ਕਰਕੇ ਤੁਹਾਨੂੰ ਫਿਰ ਕਿਡਨੀਜ਼ ਦੀ भी अगर ज़्यादा देर तक खराब होएगी तो कोई वर्ल्ड वाइड ट्रीटमेंट नहीं है, फिर तो डायलिसिस ही कराना पेगा। डायलिसिस तो बाद किडनी ट्रांसप्लांटेशन है तो बहुत ज़्यादा कॉम्प्लिकेशन है, तो कभी कभी डरना भी थोड़ा जिन्ना जरूरी रहता है कि सानू पता होवे कि अगर असीं नहीं हुणे सुधार करांगे तो यह चीज़ां हो सकदियां। हार्ट फेलियर हो सकता है बिकॉज ऑफ डायबिटीज़। तुहाडी न्यूरोपैथी मतलब कि तुहाडियां नर्व्स डैमेज हो जांदियां, तुहानू गैंग्रीन हो जाती है अगर तुहाडी अनकंट्रोल्ड डायबिटीज़ 300-400 कंट्रोल्ड ही नहीं आ रही है डायबिटीज़, और तुसी टाइमली मेडिसिन्स भी लेने। और एक चीज़ होर मैं दर्शकों को दसना चाहती, अगर तुसी डायबिटिक हो गए हो और ब्लड प्रेशर दे पेशेंट हो गए हो, भले ही तुसी अपना लाइफस्टाइल इंप्रूव करना शुरू करता बट अपनी मेडिसिन कभी ना छड्डो। जे अगर तुहानू किसी चीज़ की मेडिसिन लग गई है ना, जब तक कि तुसी डॉक्टर्स की कंसल्टेशन तो बिना खुद मेडिसिन कभी भी ना छड्डो, क्योंकि वो तुहानू बहुत ज़्यादा तुहाडे लई जानलेवा हो सकती है। मैं कई पेशेंट्स देखे, नहीं मैं तो हुण सैर करन लग गई, मैं हुणे हुण तो मैं पिछले 1 हफ्ते तो दवाई नहीं खाती, तो दिस इज़ कंप्लीटली वेरी रॉन्ग कंसैप्ट कि तुहानू नहीं करना चाहिए। अगर तुहानू तुसी सैर करन लग गए हो, तुसी अच्छा खाना पीना खान लग गए हो, बहुत अच्छी गल है, बट वेट करो, मॉनिटर करो। हो सकता है डॉक्टर तुहाडे थोड़ी थोड़ी डोज घटा के फिर तुहाडी मेडिसिन जिहड़ी है खत्म कर देंगे, बट तुसी अपने आप ही हफ्ता भर तुसी सैर करके तुसी दवाई खानी बंद कर दोगे तो वो जानलेवा हो सकती है, तो वो प्लीज़ बिल्कुल ना करो। सो प्यारे दर्शकों, जिस तरह की डॉक्टर साहब ने दस्सिया कि सानू डायबिटीज़ किद्दां हुंदी है ते किस तरह की डायबिटीज़ हुंदी है। कुछ डायबिटीज़ इदां दी है कि जिहड़ी सानू
ਵਿਰਸੇ ਵਿੱਚ ਹੀ ਮਿਲਦੀ ਹੈ, ਸਾਡੇ ਪੇਰੈਂਟਸ ਤੋਂ ਆ ਜਾਂਦੀ ਹੈ ਸਾਡੇ ਵਿੱਚ। ਕਈ ਡਾਇਬੀਟੀਜ਼ ਦੇ ਕਈ ਪ੍ਰਕਾਰ ਨੇ, ਕਈ ਸਾਡੇ ਮਤਲਬ ਲਾਈਫ ਸਟਾਈਲ ਦੇ ਗਲਤ ਚੱਲਣ ਦੇ ਨਾਲ ਅਸੀਂ ਡਾਇਬੀਟਿਕ ਹੋ ਸਕਦੇ ਹਾਂ। ਹੋਰ ਵੀ ਕਈ ਕਾਰਨ ਦੱਸੇ ਡਾਕਟਰ ਸਾਹਿਬ ਨੇ। ਉਮੀਦ ਹੈ ਤੁਹਾਨੂੰ ਅੱਛਾ ਲੱਗਿਆ ਹੋਵੇਗਾ। ਡਾਕਟਰ ਸਾਹਿਬ, ਫਾਈਨਲ ਥੋੜ੍ਹੇ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸੰਦੇਸ਼ ਕੀ ਦੇਣਾ ਚਾਹੁੰਦੇ ਕਿ ਓਵਰਆਲ ਫਿਜ਼ੀਕਲ ਹੈਲਥ, ਫਿਜ਼ੀਕਲ ਮੈਂਟਲ ਹੈਲਥ ਨੂੰ ਬਰਕਰਾਰ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ? ਕੁਝ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਵਿਚਾਰ ਸਾਂਝਾ। ਹਾਂਜੀ, ਅਗਰ ਮੈਂ ਇੱਕ ਸਮ ਅਪ ਕਰਕੇ ਅਗਰ ਕੋਈ ਸੰਦੇਸ਼ ਦੇਣਾ ਚਾਹੁੰਦੇ ਆਪਣੇ ਸੁਣਨ ਵਾਲੇ ਦਰਸ਼ਕਾਂ ਨੂੰ, ਤਾਂ ਮੈਂ ਉਹਨਾਂ ਨੂੰ ਇਹੀ ਚੀਜ਼ ਕਹਾਂਗੀ ਕਿ ਛੋਟੇ ਸਟੈਪਸ ਦੇ ਨਾਲ ਅਸੀਂ ਕਹਿੰਦੇ ਨਾ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ। ਇਸੇ ਤਰੀਕੇ ਨਾਲ ਛੋਟੇ ਸਟੈਪਸ ਵੀ ਸਾਡੀ ਲਾਈਫ ਦੇ ਲਈ ਬਹੁਤ ਮਾਇਨੇ ਰੱਖਦੇ ਆ। ਤੁਸੀਂ ਤੁਹਾਡੀ ਅੱਜ ਦੀ ਅੱਧੇ ਘੰਟੇ ਦੀ ਸੈਰ ਦੀ ਸ਼ੁਰੂਆਤ, ਤੁਹਾਡੇ ਅੱਜ ਦਾ ਹੀ ਨਿਯਮ ਕਿ ਮੈਂ ਅੱਜ ਤੋਂ ਜੰਕ ਫੂਡ ਨਹੀਂ ਖਾਵਾਂਗਾ ਜਾਂ ਨਹੀਂ ਖਾਵਾਂਗੀ, ਉਹ ਵਾਲੀ ਸ਼ੁਰੂਆਤ ਅੱਜ ਤੋਂ ਹੀ ਮੈਂ ਟਾਈਮ ਸਿਰ ਸੌਣ ਦੀ ਕੋਸ਼ਿਸ਼ ਕਰਾਂਗਾ, ਜਾਂ ਅਗਰ ਮੈਂ 11 ਵਜੇ ਜਾਂ 10 ਵਜੇ ਸੋਣਾ ਹੈ ਤਾਂ ਮੈਂ 9 ਵਜੇ ਤੋਂ ਬਾਅਦ ਸਕਰੀਨ ਟਾਈਮ ਬੰਦ ਕਰ ਦਾਂਗਾ, ਜਿਹਦੇ ਕਿ ਮੇਰੀ ਨੀਂਦ ਦੇ ਉੱਤੇ ਇਫੈਕਟ ਆ ਰਿਹਾ ਹੈਗਾ। ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਮੈਂ ਛੋਟੇ ਮੀਲਸ ਦੇ ਵਿੱਚ ਆਪਣੀ ਕੋਸ਼ਿਸ਼ ਕਰਨਾ ਹੈ ਕਿ ਮੈਂ ਦਿਨ ਦੇ ਵਿੱਚ 4 ਤੋਂ 5 ਸਰਵਿੰਗ ਜਿਹੜਾ ਵੀ ਸੀਜ਼ਨਲ ਦੀਆਂ ਵੈਜੀਟੇਬਲਸ ਆਈਆਂ ਹੈ ਜਾਂ ਫਰੂਟ ਆਇਆ ਹੈਗਾ ਉਹਨੂੰ ਅਵੋਇਡ ਨਹੀਂ ਕਰਨਾ। ਮੈਂ ਬਰਗਰ, ਪੀਜ਼ਾ, ਮੋਮੋਜ਼, ਉਸ ਤੋਂ ਇਲਾਵਾ ਸਾਡੇ ਜਿਹੜੇ ਜਿੰਨੇ ਵੀ ਜੰਕ ਫੂਡ ਹੈਗੇ ਆ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਮੈਂ ਉਹਦੀ ਜਗ੍ਹਾ ਫਰੂਟ, ਨਟਸ ਐਂਡ ਸੀਡਸ, ਉਹਦਾ ਕੁਝ ਪੋਰਸ਼ਨ ਜਿਹੜਾ ਹੈਗਾ ਉਹ ਆਪਣੀ ਡਾਈਟ ਦੇ ਵਿੱਚ ਐਡ ਕਰਾਂਗਾ। ਅਨਹੈਲਦੀ ਆਇਲਸ ਭਲੇ ਹੀ ਸਸਤੇ ਮਿਲਦੇ ਆ, ਲੇਕਿਨ ਅਗਰ ਅਸੀਂ ਉਹਨਾਂ ਦਾ ਟੋਟੈਲਿਟੀ ਦੇ ਵਿੱਚ ਦੇਖੀਏ ਤਾਂ ਉਹ ਜਦੋਂ ਸਾਡੀ ਜ਼ਿੰਦਗੀ ਦੇ ਉੱਤੇ ਇਫੈਕਟ ਕਰਦੇ ਆ, ਸਾਨੂੰ ਬਿਮਾਰੀਆਂ ਦਿੰਦੇ ਆ, ਤਾਂ ਉਹ ਬਹੁਤ ਮਹਿੰਗੇ ਪੈਂਦੇ ਆ। ਤਾਂ ਅੱਜ ਦਾ 200 ਰੁਪਏ ਬਚਾਇਆ ਹੋਇਆ ਕੱਲ ਦਾ ਤੁਹਾਡਾ ਲੱਖਾਂ ਰੁਪਏ ਦਾ ਖਰਚਾ ਕਰ ਸਕਦਾ ਹੈ। ਤਾਂ ਰਿਫਾਈਨਡ ਆਇਲ ਔਰ ਵਨਸਪਤੀ ਘੀ, ਇਹਨਾਂ ਦੋਨਾਂ ਨੂੰ ਆਪਣੀ ਡਾਈਟ 'ਚ ਜਿੰਨੀ ਜਲਦੀ ਹੋ ਸਕਦੀ ਉਨੀ ਜਲਦੀ ਕੱਢ ਕੇ ਥੋੜੀ ਕੁਆਂਟੀਟੀ ਦੇ ਵਿੱਚ ਖਾਓ, ਲੇਕਿਨ ਅੱਛਾ ਵਾਲਾ ਖਾਓ। ਕਦੀ ਖਾਣਾ ਬ੍ਰੇਕਫਾਸਟ ਤੁਸੀਂ ਸਵੇਰ ਦਾ ਮੱਖਣ ਨਾਲ ਬਣਾ ਸਕਦੇ ਹੋ, ਘਰ ਦੇ ਕੱਢੇ ਹੋਏ ਮੱਖਣ ਨਾਲ। ਦੁਪਹਿਰ ਦੇ ਖਾਣੇ 'ਚ ਤੁਸੀਂ ਦੇਸੀ ਘਿਓ ਇਸਤੇਮਾਲ ਕਰ ਸਕਦੇ ਹੋ। ਸ਼ਾਮ ਦੇ ਖਾਣੇ 'ਚ ਤੁਸੀਂ ਨਾਰੀਅਲ ਕਰ ਸਕਦੇ ਹੋ, ਨਾਰੀਅਲ ਦਾ ਤੇਲ ਕਰ ਸਕਦੇ ਹੋ। ਦੇਖੋ, ਕੋਈ ਹਰ ਇੱਕ ਜਿਹੜਾ ਸਾਨੂੰ ਨੁਕਸਾਨਦੇਹ ਨਾ ਹੋਵੇ, ਕੁਦਰਤ ਦੇ ਬਣੇ ਹੋਏ ਤੇਲਾਂ ਦੇ ਵਿੱਚ ਸਭ ਦੇ ਵਿੱਚ ਆਪਣੇ ਗੁਣ ਹੈ ਜੀ, ਠੀਕ ਹੈ। तो कोई ऐदा दी सब्जी या कोई ऐदा दा फ्रूट या कोई ऐदा दा तेल असी नहीं रिकमेंड कर सकते, क्योंकि सब च वैरायटी है। तो कोशिश करो थोड़ा इस्तेमाल करो। एक देसी घ्यो मक्खन तो मैं तुहानू बेसिक दसता है ही है। बाकी जो साडी पंजाबियां दी गल करूँ तो उहदे लई सरों दा तेल सब तो बेस्ट है। ठीक है जी, ठीक है। तो सरों दा तेल असी इस्तेमाल कर सकते हैं। उस तो इलावा सर्दियां आ जाएंगियां जदों तो तिल दा तेल है भी साडे इत्थे ईजीली अवेलेबल हुंदा। कोई ऐदा दी चीज़ नहीं हैगी कि यह नहीं है। कोशिश करो कोल्ड प्रैस्ड होवे, जिहड़ा कि ठंडे तेलां दे बीजां दे नाल जदों नूं ग्राइंड करके बनदे आ, दैट इज़ कोल्ड प्रैस्ड ऑयल। ਉਹ ਵਾਲੇ ਤਰੀਕੇ ਦੇ ਨਾਲ ਬਣਿਆ ਹੋਇਆ ਤੇਲ ਹੋਵੇ, ਉਹ ਸਾਡੀ ਸਿਹਤ ਦੇ ਲਈ ਸਾਨੂੰ ਹਾਰਟ ਹੈਲਦੀ ਵੀ ਹੈ, ਬਲੱਡ ਪ੍ਰੈਸ਼ਰ ਹੈਲਦੀ ਵੀ ਹੈ। थोड़ा तेल इस्तेमाल करो, क्योंकि क्वांटिटी घट जाएगी तो तुहाडा बजट उत्थे ही आ जाएगा। ठीक है। तो उस चीज़ नूं करो। बाकी दुध, दही, मक्खन, लस्सी जिहदे लई साडा पंजाब हमेशा तो मशहूर रहा, उहनूं अपनी डाइट चों कड्डो नहीं। जबकि कोल्ड ड्रिंक्स और सोडाज और पैकेज्ड जिन्नियां भी ड्रिंक्स आईयां हैगियां उहनां नूं एलिमिनेट करो। उहदी जगह नारियल पानी, लस्सी, नींबू पानी, साडे ट्रेडिशनल शरबत है, सत्तू है, सौंफ का शरबत है, गुलाबा का शरबत है। तो उन्होंने असी भुल गए हैं। बाकी बेकरी जिहड़ी हैगी आ बहुत मेन कल्प्रिट है। मैं बहुत इंपॉर्टेंट है जिहड़ा कि मैं हर पेशेंट नूं दसदी तो मैं इत्थे भी दसना चाहांगी, बेकरी प्रोडक्ट्स नूं जिन्ना अवॉइड कर सकते हो। बिकॉज बेकरी जिहड़ी हैगी है दे आर लोडेड विद ट्रांस फैट्स एंड आर्टिफिशियल कलर्स और हाँ जी, मैदा तो खैर हर चीज़ दे विच ही हैगा। तो बहुत अनहेल्दी ऑयल्स और ज़्यादा क्वांटिटी च यूज़ करते हैं। तो यह बहुत ज़्यादा साडा लोड डाल रही है फैटी लीवर के उत्ते, और फैटी लीवर भी किते ना किते रीजन बन रहा है फैटी लीवर और प्लस ओबेसिटी के। कभी तुहाडे प्रोग्राम दे नाल फैटी लीवर के बारे से जरूर गल करांगे, क्योंकि बहुत ज़्यादा प्रॉब्लम उहदी वध रही हैगी है। सो इन्हां नूं चीज़ां नूं एलिमिनेट करन, फ्रूट्स और वैजिटेबल्स लेके आन दिन 4 ਤੋਂ 5 सर्विंग, चाहे कुकड फॉर्म्स चाहे स्प्राउट्स की फॉर्म दे विच दालां वगैरह नूं भी ऐड ऑन करन। फ्रूट्स जड़ा हैगा कोशिश करन शाम तो पहला फ्रूट्स का इनटेक होवे, बट फ्रूट्स भी आज मैं टाइम से देखा कि लोग किलो फ्रूट ही खाई जा रहे हैं। मतलब हर चीज़ पोर्शन कंट्रोल करके खाने दे नाल इंक्लूड नहीं करन। मैंगो एक ऐसा फ्रूट है जो डायबिटिक बंदे नूं लगता है कि मैं नहीं खा सकता हूँ। डायबिटिक पेशेंट कैन हैव मैंगोज, बट उन्होंने डिफरेंट टाइम के उत्ते खाना चाहिए। मतलब आप खाने दे नाल फ्रूट का कॉम्बीनेशन ना करिए तो ज़्यादा बेटर है। खाने तो 1-2 घंटे बाद स्नैक दी फॉर्म दे विच असीं एक फ्रूट ले सकते हैं, बेशक वो मैंगो क्यों ना होवे, तो वो भी खा सकते हैं।
ਠੀਕ ਹੈ। ਔਰ ਇਸ ਤੋਂ ਇਲਾਵਾ ਪ੍ਰੋਟੀਨ ਦਾ ਬਹੁਤ ਜ਼ਰੂਰੀ ਹੈ। ਪ੍ਰੋਟੀਨ ਬਹੁਤ ਹੀ ਇੰਪੋਰਟੈਂਟ ਇੱਕ ਸਾਡਾ ਮੈਕਰੋਨਿਊਟ੍ਰੀਐਂਟ ਹੈ। ਔਰ ਸਾਡੀ ਡਾਈਟ ਮੇਨਲੀ ਕਾਰਬ ਲੋਡਡ ਹੋ ਗਈ, ਮਤਲਬ ਰੋਟੀਆਂ ਚਾਵਲ ਬਹੁਤ ਕੁਆਂਟੀਟੀ ਦੇ ਵਿੱਚ ਹੈ, ਔਰ ਦਾਲ ਪਨੀਰ ਸਬਜ਼ੀ ਰਾਜਮਾ ਲੀਨ ਪੀਸਿਸ ਚਿਕਨ ਦੇ, ਰੈਡ ਮੀਟ ਨੂੰ ਕੰਪਲੀਟਲੀ ਅਵੋਇਡ ਕਰੋ। ਅੰਡਾ ਔਰ ਚਿਕਨ ਫਿਸ਼ ਇਹ ਅੱਛੀ ਚੀਜ਼ ਹੈ, ਇਹਨਾਂ ਨੂੰ ਤੁਸੀਂ ਲੈ ਸਕਦੇ ਹੋ ਥੋੜੀ ਥੋੜੀ ਕੁਆਂਟੀਟੀ ਦੇ ਵਿੱਚ। ਮਤਲਬ ਇੱਕ ਪੋਰਸ਼ਨ ਨਹੀਂ ਸਾਡਾ ਰਾਈਸ ਜਾਂ ਰੋਟੀ ਦਾ ਹੋਵੇ, ਜਾਂ ਰਾਈਸ ਜਾਂ ਰੋਟੀ, ਉਹ ਵੀ ਮਿਲਟਸ ਦੀ ਬਣੀ ਹੋਈ ਹੋਵੇ ਤਾਂ ਬਹੁਤ ਅੱਛੀ ਗੱਲ ਹੈ। ਅਗਰ ਤੁਸੀਂ ਕੰਪਲੀਟਲੀ ਡਾਇਬੀਟੀਜ਼ ਨੂੰ ਹਟਾਉਣਾ ਹੈ ਤੇ ਉਹਦੇ ਨਾਲ ਤੁਸੀਂ ਦਾਲ ਪਨੀਰ ਕੜੀ ਛੋਲੇ ਵੈਰਾਈਟੀ, ਬਹੁਤ ਵੈਰਾਈਟੀ ਦੀਆਂ ਦਾਲਾਂ ਸਾਡੇ ਕੋਲ, ਤਾਂ ਉਹਨਾਂ ਨੂੰ ਭਿਗੋ ਕੇ ਤਾਂ ਫਿਰ ਉਹਨਾਂ ਨੂੰ ਸਪਰਾਊਟਿੰਗ ਕਰਕੇ ਫਿਰ ਉਹਨਾਂ ਨੂੰ ਕੁੱਕ ਕਰੋ ਤਾਂ ਕਿ ਬੈਟਰ ਡਾਈਜੈਸ਼ਨ ਹੋ ਸਕੇ। ਤਾਂ ਮੇਰੇ ਹਿਸਾਬ ਨਾਲ ਔਰ ਅੱਧੇ 1 ਘੰਟੇ ਦੀ ਸਵੇਰੇ ਔਰ ਅੱਧੇ 1 ਘੰਟੇ ਦੀ ਸ਼ਾਮ ਨੂੰ ਵਾਕ, ਅਗਰ ਕੁਝ ਹੋਰ ਨਹੀਂ ਕਰਨਾ। ਬਾਕੀ ਯੋਗਾ ਔਰ ਸਟਰੈਂਥ ਟ੍ਰੇਨਿੰਗ ਅਗਰ ਕਰਦੇ ਹੋ ਤਾਂ ਬੈਨੀਫਿਟ ਤੁਹਾਨੂੰ ਇਹਨੇ ਅਨਲਿਮਿਟਿਡ ਮਿਲ ਜਾਓਗੇ ਕਿ ਤੁਸੀਂ ਖੁਦ ਹੀ ਨਹੀਂ ਮੇਰੇ ਖਿਆਲ ਨਾਲ ਅਨਹੈਲਦੀ ਲਾਈਫ ਸਟਾਈਲ ਵੱਲ ਜਾਓਗੇ। ਵੈਰੀ ਗੁੱਡ, ਵੈਰੀ ਗੁੱਡ। ਪਿਆਰੇ ਦਰਸ਼ਕੋ, ਉਮੀਦ ਹੈ ਤੁਸੀਂ ਡਾਕਟਰ ਸਾਹਿਬ ਤੋਂ ਬਹੁਤ ਸਾਰੀਆਂ ਗੱਲਾਂ ਸਿੱਖ ਲਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਅੱਛਾ ਲਾਈਫ ਸਟਾਈਲ ਅਪਣਾ ਕੇ ਆਪਣੇ ਜੀਵਨ ਨੂੰ ਤੰਦਰੁਸਤ ਔਰ ਮਾਈਂਡ ਨੂੰ ਵਧੀਆ ਬਣਾ ਸਕਦੇ ਆ। ਸੋ ਇਸੇ ਤਰ੍ਹਾਂ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਰਹਿਣਗੇ ਸਾਡੇ ਪ੍ਰੋਗਰਾਮ ਦੇ ਵਿੱਚ। ਅੱਗੇ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਅਗਰ ਤੁਹਾਨੂੰ ਕੋਈ ਪਰੇਸ਼ਾਨੀ ਜ਼ਿਆਦਾ ਵੱਧ ਗਈ ਹੈ ਔਰ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਵੀ ਚਾਹੁੰਦੇ ਆ ਤੇ ਨੰਬਰ ਡਿਸਪਲੇ ਹੋ ਰਿਹਾ ਥੱਲੇ, ਤੁਸੀਂ ਉਹਨਾਂ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਦੀ ਕਲੀਨਿਕ ਤੇ ਆ ਕੇ ਉਹਨਾਂ ਕੋਲੋਂ ਹੈਲਥੀ ਐਡਵਾਈਸ ਦੇ ਨਾਲ ਨਾਲ ਕੋਈ ਮੈਡੀਸਨ ਦੀ ਵੀ ਅਗਰ ਜ਼ਰੂਰਤ ਹੈ ਤੁਸੀਂ ਇਹਨਾਂ ਕੋਲ ਆ ਕੇ ਕੰਸਲਟ ਕਰ ਸਕਦੇ, ਮਿਲ ਸਕਦੇ ਆ। ਸੋ ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਹੋਵੇਗਾ ਔਰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਸ਼ੇਅਰ ਕਰੋ। ਔਰ ਖਾਸ ਕਰਕੇ ਕਿਉਂਕਿ ਇਹ ਪ੍ਰੋਗਰਾਮ ਸਪੈਸ਼ਲੀ ਖਾਸ ਸਿਹਤ ਉੱਤੇ ਆਧਾਰਿਤ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਇਸ ਜਾਣਕਾਰੀ ਨੂੰ ਸਪਰੈਡ ਕਰੀਏ, ਫੈਲਾਈਏ। ਸੋ ਇਸ ਪ੍ਰੋਗਰਾਮ ਦੇ ਦੁਆਰਾ ਅਸੀਂ ਕਾਫੀ ਸਾਰੇ ਲੋਕਾਂ ਤੱਕ ਅੱਛੀਆਂ ਜਾਣਕਾਰੀਆਂ ਪਹੁੰਚਾ ਸਕਦੇ ਹਾਂ। ਸੋ ਦੱਬ ਕੇ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਨਾ। ਸੋ ਦਰਸ਼ਕੋ, ਹੁਣ ਸਮਾਂ ਹੋ ਰਿਹਾ ਸਾਡੇ ਗੈਸਟ ਨੂੰ ਗਿਫਟ ਹੈਂਪਰ ਦੇਣ ਦਾ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਾਰਥਨਾ ਭਵਨ ਟੀਵੀ ਆਪਣੇ ਗੈਸਟ ਨੂੰ ਗਿਫਟ ਹੈਂਪਰ ਦਿੰਦਾ ਹੈ। ਸੋ ਅਸੀਂ ਹੁਣ ਸਾਡੇ ਆਏ ਹੋਏ ਗੈਸਟ ਨੂੰ ਗਿਫਟ ਹੈਂਪਰ ਦੇਵਾਂਗੇ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਸੀ ਸਾਡਾ ਪ੍ਰੋਗਰਾਮ ਮਸਲੇ ਜੀਵਨ ਦੇ, ਤੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਖਾਸ ਟੌਪਿਕ ਦੇ ਉੱਤੇ। ਸਾਡਾ ਅੱਜ ਦਾ ਟੌਪਿਕ ਸੀ ਲਾਈਫ ਸਟਾਈਲ ਤੇ ਡਾਇਬੀਟੀਜ਼, ਤੇ ਡਾਕਟਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੋਣਾ ਚਾਹੀਦਾ ਤੇ ਕਿਸ ਤਰ੍ਹਾਂ ਅਸੀਂ ਡਾਇਬੀਟੀਜ਼ ਅਗਰ ਹੋ ਜਾਂਦੀ ਹੈ ਉਹਦਾ ਇਲਾਜ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਜਾਂ ਕਿਸ ਤਰ੍ਹਾਂ ਅਸੀਂ ਡਾਇਬੀਟੀਜ਼ ਤੋਂ ਬਚ ਸਕਦੇ ਹਾਂ। ਸੋ ਉਮੀਦ ਹੈ ਤੁਸੀਂ ਇਸ ਤੋਂ ਫਾਇਦਾ ਉਠਾਓਗੇ। ਸੋ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਮਸਲੇ ਨੂੰ ਲੈ ਕੇ। ਤਦ ਤੱਕ ਦੇਖਦੇ ਰਹੋ ਪ੍ਰਾਰਥਨਾ ਭਵਨ ਟੀਵੀ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ।